ਹੈਲਥ ਪਲੱਸ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਐਡਵਾਂਸ ਫਰਟੀਲਿਟੀ ਐਂਡ IVF ਸੈਂਟਰ, ਜੋ ਕਿ ਮੇਨ ਕਪੂਰਥਲਾ ਰੋਡ ਆਪੋਜ਼ਿਟ ਸਪੋਰਟਸ ਕਾਲਜ ਜਾਲੰਧਰ ਵਿਖੇ ਹੈ। ਇਨਫਰਟੀਲਿਟੀ ਦੇ ਮਰੀਜ਼ਾਂ ਲਈ ਇਹ ਹਸਪਤਾਲ ਇੱਕ ਵਰਦਾਨ ਹੈ। ਦੂਰੋਂ ਪਹੁੰਚ ਕੇ ਮਰੀਜ਼ ਇੱਥੇ ਆਪਣਾ ਇਲਾਜ ਕਰਵਾਉਂਦੇ ਨੇ। ਸਾਡੀ ਟੀਮ ਨੇ ਡਾਕਟਰ ਯੋਗੇਸ਼ਵਰ ਸੂਦ ਜੀ ਨਾਲ ਗੱਲਬਾਤ ਕੀਤੀ, ਜੋ ਕਿ MD ਗਾਇਨੇਕੋਲੋਜੀ ਐਂਡ ਆਬਸਟ੍ਰੈਕਟਿਕਸ ਨੇ ਤੇ IVF ਸਪੈਸ਼ਲਿਸਟ ਨੇ। ਡਾਕਟਰ ਯੋਗੇਸ਼ਵਰ ਜੀ ਨੇ ਸਾਡੀ ਟੀਮ ਨੂੰ ਇਨਫਰਟੀਲਿਟੀ ਦੇ ਕਾਰਨ ਤੇ ਉਸ ਦੇ ਨਿਵਾਰਨ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਪਲੱਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਐਡਵਾਂਸ IVF ਐਂਡ ਫਰਟੀਲਿਟੀ ਸਰਵਿਸਿਜ਼ ਕਪੂਰਥਲਾ ਰੋਡ ਜਲੰਧਰ ਵਿਖੇ ਔਰ ਗੱਲ ਕਰ ਰਹੇ ਹਾਂ ਡਾਕਟਰ ਯੋਗੇਸ਼ਵਰ ਸੂਦ ਜੀ ਦੇ ਨਾਲ, ਜਿਹੜੇ ਪਿਛਲੇ ਲੰਬੇ ਸਮੇਂ ਤੋਂ ਐਜ਼ ਏ ਗਾਇਨੇਕੋਲੋਜਿਸਟ ਆਪਣੀਆਂ ਸੇਵਾਵਾਂ ਦੇ ਰਹੇ ਨੇ ਜਲੰਧਰ ਦੇ ਵਿੱਚ, ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਜੋੜੇ ਜਿਹੜੇ ਬੇਇਲਾਜ ਸੀਗੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਡਾਕਟਰ ਸਾਹਿਬ ਨੇ ਦਿੱਤੀ ਹੈ। ਡਾਕਟਰ ਸੂਦ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਜੀ, ਸ਼ੁਕਰੀਆ। ਡਾਕਟਰ ਸਾਹਿਬ, ਇਨਫਰਟੀਲਿਟੀ ਜਿਹੜੀ ਕਿ ਕਿਸੇ ਟਾਈਮ ਦੇ ਉੱਤੇ ਇੱਕ ਅਭਿਸ਼ਾਪ ਮੰਨੀ ਜਾਂਦੀ ਸੀਗੀ, ਔਰ ਬਹੁਤ ਹੀ ਘੱਟ ਲੋਕ ਜਿਹੜੇ ਹੈਗੇ ਆ ਇਨਫਰਟੀਲਿਟੀ ਨੂੰ ਸ਼ੋਅ ਆਫ ਕਰਦੇ ਸੀਗੇ, ਕਿਉਂਕਿ ਮੇਲ ਇਨਫਰਟੀਲਿਟੀ ਖਾਸ ਕਰਕੇ ਅਗਰ ਆਪਾਂ ਗੱਲ ਕਰ ਲਈਏ ਤਾਂ ਮੇਲ ਇਨਫਰਟੀਲਿਟੀ ਨਾਲ ਤਾਂ ਬਿਲਕੁਲ ਹੀ ਆਪਣੇ ਆਪ ਨੂੰ ਮਤਲਬ ਇਸ ਤਰੀਕੇ ਨਾਲ ਕਰਦੇ ਸੀ ਕਿ ਸਟਿਗਮਾ ਉਹਨਾਂ 'ਚ ਹੁੰਦਾ ਸੀਗਾ। ਸਮਾਜ ਦੇ ਵਿੱਚ ਉਹਨਾਂ ਨੂੰ ਲੱਗਦਾ ਸੀਗਾ ਕਿ ਅਗਰ ਅਸੀਂ ਇਹ ਚੀਜ਼ ਕਰਾਂਗੇ ਤਾਂ ਸਮਾਜ ਦੇ ਵਿੱਚ ਸਾਡਾ ਇੰਪ੍ਰੈਸ਼ਨ ਖਤਮ ਹੋ ਜਾਊਗਾ, ਅਸੀਂ ਮੇਲ ਹੈਗੇ ਆ। ਔਰ ਉਹਦੇ ਕਰਕੇ ਮੇਲ ਇਨਫਰਟੀਲਿਟੀ ਦੇ ਜਿਹੜੇ ਕੇਸਿਸ ਆ ਬੜੇ ਘੱਟ ਨਿਕਲਦੇ ਸੀਗੇ, ਔਰ ਸਾਰਾ ਲੇਡੀਜ਼ ਦੇ ਉੱਪਰ ਹੀ ਇਹ ਚੀਜ਼ ਇਨਫਰਟੀਲਿਟੀ ਦੀ ਚੱਲਦੀ ਰਹਿੰਦੀ ਸੀਗੀ। ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਅੱਜ ਦਾ ਜਿਹੜਾ ਯੁੱਗ ਹੈਗਾ, ਜਿਸ ਤਰੀਕੇ ਨਾਲ ਲੋਕ ਆਨਲਾਈਨ ਹੋ ਗਏ, ਗੂਗਲ ਹੋਰ ਜਿਹੜੇ ਨੈਟਵਰਕਸ ਆ ਗਏ ਜੀ, ਤੋਂ ਲੋਕਾਂ ਨੂੰ ਅਵੇਅਰਨੈਸ ਹੋ ਗਈ ਔਰ ਉਹ ਅਸੈਪਟ ਕਰਨ ਲੱਗ ਗਏ ਕਿ ਮੇਲ ਇਨਫਰਟੀਲਿਟੀ ਵੀ ਹੈਗੀ ਆ। ਕੀ ਕਹਿਣਾ ਚਾਹੋਗੇ? ਮੇਲ ਇਨਫਰਟੀਲਿਟੀ ਦਾ ਬਾਰੇ ਇਹ ਕਹਿਣਾ ਚਾਹਾਂਗਾ ਵੀ ਇਸ ਵੇਲੇ ਵੀ ਲੋਕ ਜਿਹੜੇ ਆ, ਜਿਸ ਵੇਲੇ ਇਨਫਰਟੀਲਿਟੀ ਕਪਲ ਦੀ ਬਿਮਾਰੀ ਹੈ, ਦੋਨਾਂ ਮੀਆਂ ਬੀਬੀ ਦੀ, ਇਕੱਲੇ ਦਾ ਇਲਾਜ ਕਰਨ ਦਾ ਇਹਦੇ 'ਚ ਕੋਈ ਮਤਲਬ ਨਹੀਂ। ਤੇ ਜਿਸ ਵੇਲੇ ਅਸੀਂ ਕਿਸੇ ਕਪਲ ਨੂੰ ਇਨਵੈਸਟੀਗੇਟ ਕਰਦੇ ਹਾਂ, ਹਲੇ ਵੀ ਮੇਲ ਜਿਹੜੇ ਆ ਆਪਣੀ ਇਨਵੈਸਟੀਗੇਸ਼ਨ ਕਰਾਉਣ ਤੋਂ ਭੱਜਦੇ ਆ। ਆਪਣੇ ਬੜੇ ਸਿੰਪਲ ਜਿਹੇ ਟੈਸਟ ਹੁੰਦੇ ਨੇ ਜਿਨ੍ਹਾਂ 'ਚ ਕੋਈ ਲੰਮਾ ਚੌੜਾ ਕੰਮ ਨਹੀਂ ਹੁੰਦਾ, ਪਰ ਉਹ ਭੱਜਦੇ ਆ ਤੇ ਉਹ ਸਦਾ ਹੀ ਕੋਸ਼ਿਸ਼ ਕਰਦੇ ਆ ਵੀ ਔਰਤ ਦਾ ਇਲਾਜ ਕਰਤਾ ਜਾਵੇ ਤੇ ਮਰਦ ਦਾ ਇਲਾਜ ਨਾ ਕੀਤਾ ਜਾਵੇ। ਉਹਦੇ ਨਾਲ ਰਿਜ਼ਲਟ ਨਹੀਂ ਆਉਂਦੇ, ਕਿਉਂਕਿ ਜੇ ਅਸੀਂ ਇੰਸੀਡੈਂਸ ਦੇਖੀਏ 100 ਦੇ ਵਿੱਚੋਂ 30% ਇੰਸੀਡੈਂਸ ਆਲਮੋਸਟ ਮੇਲ ਤੇ ਫੀਮੇਲ ਇਨਫਰਟੀਲਿਟੀ ਦੀ ਹੈ ਤੇ 40% ਜਿਹੜੀ ਹੈ ਉਹ ਅਨਨੋਨ ਕਾਜ਼ਜ਼ ਹੁੰਦੇ ਆ। ਤੇ ਇਸ ਕਰਕੇ ਮੇਲ ਇਨਫਰਟੀਲਿਟੀ ਦੀ ਡਾਇਗਨੋਸ ਕਰਨਾ, ਇਨਵੈਸਟੀਗੇਟ ਕਰਨਾ, ਟਰੀਟ ਕਰਨਾ ਬਹੁਤ ਜ਼ਰੂਰੀ ਹੈ। ਤੇ ਇਸ ਚੀਜ਼ ਤੋਂ ਲੋਕਾਂ ਨੂੰ ਆਪਣਾ ਜਿਹੜਾ ਵਾ ਇੰਪ੍ਰੈਸ਼ਨ 'ਚੋਂ ਬਾਹਰ ਆਉਣਾ ਚਾਹੀਦਾ ਵਾ ਵੀ ਇਹਦਾ ਇਲਾਜ ਨਹੀਂ ਹੈਗਾ, ਇਹਦਾ ਡੈਫੀਨੇਟਲੀ ਇਲਾਜ ਹੈਗਾ ਤੇ ਕੋਈ ਇਹੋ ਜਿਹਾ ਸਟਿਗਮਾ ਨਹੀਂ। ਇਹ ਸਟਿਗਮਾ ਸਿਰਫ ਦਿਮਾਗ ਦੇ ਵਿੱਚ ਆ। ਜਿਸ ਵੇਲੇ ਕਿਸੇ ਦੇ ਔਲਾਦ ਹੋ ਜਾਂਦੀ ਹੈ ਫਿਰ ਕੋਈ ਨਹੀਂ ਪੁੱਛਦਾ, ਸਭ ਠੀਕ ਹੋ ਜਾਂਦਾ। ਤੇ ਮੇਲ ਇਨਫਰਟੀਲਿਟੀ ਦਾ ਢੰਗ ਸਿਰ ਇਲਾਜ ਕੀਤਾ ਜਾਵੇ ਤੇ ਆਪਣੇ ਪ੍ਰੋਸੀਜਰ ਨਾਲ, ਆਪਣੇ ਸਪਰਮ ਨਾਲ ਹੀ ਪ੍ਰੈਗਨੈਂਸੀ ਹੋ ਸਕਦੀ ਹੈ। ਡਾਕਟਰ ਸਾਹਿਬ, ਜਿੱਦਾਂ ਤੁਸੀਂ ਗੱਲ ਕੀਤੀ ਆ ਆਪਣੇ ਸਪਰਮ ਦੇ ਨਾਲ ਹੀ ਪ੍ਰੈਗਨੈਂਸੀ ਹੋ ਸਕਦੀ ਆ, ਕੀ ਕਹਿਣਾ ਚਾਹੋਗੇ ਕਿ ਲੋਕਾਂ ਨੂੰ ਜਦੋਂ ਵੀ ਲੋਕ IVF ਵਾਲੇ ਪਾਸੇ ਜਾਂਦੇ ਆ ਜਾਂ ਇਨਫਰਟੀਲਿਟੀ ਵਾਲੇ ਡਾਕਟਰਸ ਕੋਲੇ ਜਾਂਦੇ ਆ ਤਾਂ ਉਹਨਾਂ ਦੇ ਮਨ ਦੇ ਵਿੱਚ ਇੱਕ ਵਹਿਮ ਰਹਿੰਦਾ ਕਿ IVF ਆ ਜਿਹੜਾ ਉਹ ਸਾਡੇ ਸਪਰਮ ਨਹੀਂ ਹੋਣੇ ਤੇ ਸਾਡੇ ਐਗ ਨਹੀਂ ਹੋਣਗੇ, ਪਤਾ ਨਹੀਂ ਕਿੱਥੋਂ ਉਹ ਜਿਹੜੇ ਹੈਗੇ ਆ ਸਪਰਮਸ ਆਉਣਗੇ। ਜਿੱਦਾਂ ਉਹ ਪਿਕਚਰ ਦੇ ਵਿੱਚ ਵੀ ਥੋੜਾ ਜਿਹਾ ਇਸ ਚੀਜ਼ ਦਾ ਬੜਾ ਮਤਲਬ ਸ਼ੋਰ ਪਿਆ ਸੀਗਾ ਪ੍ਰੋਬਲਮ ਦਾ। ਕੀ ਕਹਿਣਾ ਚਾਹੋਗੇ? ਇਹਦੇ ਬਾਰੇ ਇਹ ਕਹਿਣਾ ਚਾਹਾਂਗੇ, ਬਿਲਕੁਲ ਠੀਕ ਆ, ਅਸੀਂ ਡੋਨਰ ਐਗ ਵੀ ਕਰਦੇ ਹਾਂ, ਡੋਨਰ ਸਪਰਮ ਵੀ ਕਰਦੇ ਹਾਂ, ਪਰ ਜਿਹਦੇ ਵਾਸਤੇ ਕਰਦੇ ਹਾਂ ਉਹਦੀ ਰਿਟਨ ਕੰਸੈਂਟ ਲੈ ਕੇ ਉਹਨੂੰ ਦੱਸ ਕੇ ਸਮਝਾ ਕੇ ਉਹਦੀ ਸਹਿਮਤੀ ਨਾਲ ਕੀਤਾ ਜਾਂਦਾ। ਉਹਦੀ ਸਹਿਮਤੀ ਤੋਂ ਕਰਨਾ ਬਿਲਕੁਲ ਗੈਰ ਕਾਨੂੰਨੀ ਹੈ ਤੇ ਇਹਦੀ ਕਾਨੂੰਨ ਦੇ ਵਿੱਚ ਸਜ਼ਾ ਹੈਗੀ ਹੈ। ਤੇ ਇਹ ਚੀਜ਼ ਜਿਸ ਵੇਲੇ ਬੱਚਾ ਹੁੰਦਾ ਵਾ ਉਹਦਾ ਅਸੀਂ ਕ੍ਰੋਮੋਸੋਮ ਟੈਸਟ ਕਰਕੇ ਸਾਨੂੰ ਪਤਾ ਲੱਗ ਸਕਦਾ ਉਹਦੇ ਮਾਂ ਕੌਣ ਹੈ, ਪਿਓ ਕੌਣ ਹੈ, ਕੀ ਉਹਦੇ ਮਾਤਾ ਪਿਤਾ ਦੇ ਨਾਲ ਉਹਨਾਂ ਦੇ ਕ੍ਰੋਮੋਸੋਮ ਮਿਲਦੇ ਆ ਕਿ ਨਹੀਂ ਮਿਲਦੇ। ਇਸ ਕਰਕੇ ਇਹ ਕਹਿਣਾ ਵੀ ਜਿਹੜੇ ਅਸੀਂ ਹੇਰਾਫੇਰੀ ਦੇ ਨਾਲ ਕਿਸੇ ਹੋਰ ਦੇ ਸਪਰਮ ਚੈੱਕ ਰੱਖਦੇ ਆ, ਬਿਲਕੁਲ ਗਲਤ ਹੈ। ਜਿਹਦੇ ਰੱਖਦੇ ਆ ਹੇਰਾਫੇਰੀ ਨਾਲ ਰੱਖਦੇ, ਉਹਨਾਂ ਦੇ ਕੋਈ ਪ੍ਰੋਬਲਮਸ ਇਹੋ ਜਿਹੇ ਨਹੀਂ ਹੈ ਵੀ ਉਹਨਾਂ ਦੇ ਸਪਰਮ ਬਣ ਹੀ ਨਹੀਂ ਸਕਦੇ ਜਾਂ ਏਜ ਇਹੋ ਜਿਹੀ ਹੈ ਜਾਂ ਕਾਰਨ ਇਹੋ ਜਿਹੇ ਵੀ ਉਹਨਾਂ ਦੇ ਐਗ ਨਹੀਂ ਬਣ ਸਕਦੇ। ਸਿਰਫ ਉਹਨਾਂ ਦੇ ਰਿਟਨ ਕੰਸੈਂਟ ਲੈ ਕੇ ਸਮਝਾ ਕੇ ਤਾਂ ਕੀਤਾ ਜਾਂਦਾ, ਜਦਕਿ ਇਹ ਇਨਸੀਡੈਂਸ ਬਹੁਤ ਘੱਟ ਆ। ਇਹ ਸਿਰਫ ਜ਼ਰੂਰਤਮੰਦਾਂ ਵਾਸਤੇ ਹੈ ਜਿਨ੍ਹਾਂ ਦੇ ਆਪਣੇ ਸਪਰਮ ਤੇ ਆਪਣੇ ਐਗ ਹੈਗੇ, ਉਹਨਾਂ 'ਚ ਇਹੋ ਜਿਹਾ ਕੰਮ ਬਿਲਕੁਲ ਨਹੀਂ ਕੀਤਾ ਜਾਂਦਾ। ਦੱਸ, ਅਗਰ ਆਪਾਂ ਗੱਲ ਕਰ ਲਈਏ ਐਡਵਾਂਸ ਫਰਟੀਲਿਟੀ ਸੈਂਟਰ ਜਿਹੜੇ ਸਰਵਿਸਿਜ਼ ਦੇ ਰਿਹਾ ਹੈਗਾ, ਜਿਹਦੇ 'ਚ ਇੱਕ ਗਾਇਨੇਕੋਲੋਜਿਸਟ ਡਾਕਟਰ, ਯੂਰੋਲੋਜਿਸਟ ਇੱਥੇ ਮੌਜੂਦ ਨੇ, ਔਰ ਸਭ ਤੋਂ ਵੱਡੀ ਗੱਲ ਆ ਕਿ ਇੱਥੇ ਐਮਬਰੀਓਲੋਜਿਸਟ ਜਿਹੜੀ ਹੈਗੀ ਆ ਉਹ ਵੀ 24 ਆਵਰ ਨਾਲ ਅਟੈਚ ਹੈਗੀ ਆ ਡਾਕਟਰਸ ਦੇ। ਇਹ ਇੱਕ ਕੰਪਲੀਟ ਸੈਂਟਰ ਬਣ ਚੁੱਕਿਆ ਹੈਗਾ ਹੁਣ IVF ਦਾ, ਔਰ ਬਹੁਤ ਜ਼ਿਆਦਾ ਕੇਸ ਜਿਹੜੇ ਹੈਗੇ ਆ ਤੁਸੀਂ ਪਿਛਲੇ ਸਮੇਂ ਦੇ ਵਿੱਚ ਜਿਹੜੇ ਹੈਗਾ ਐਡਵਾਂਸ IVF ਨੇ ਲੋਕਾਂ ਨੂੰ ਸੰਤਾਨ ਸੁੱਖ ਦੀ ਪ੍ਰਾਪਤੀ ਕਰਾਈ ਹੈ। ਇਹਦੇ ਵਿੱਚ ਅਸੀਂ ਬੇਸਿਕਲੀ ਤਿੰਨ ਕੰਪੋਨੈਂਟ ਹੁੰਦੇ ਜੀ, ਇੱਕ ਗਾਇਨੇਕੋਲੋਜਿਸਟ, ਇੱਕ ਐਮਬਰੀਓਲੋਜਿਸਟ ਤੇ ਇੱਕ ਯੂਰੋਲੋਜਿਸਟ।
ਗਾਇਨੇਕੋ ਐਜ਼ ਏ ਗਾਇਨੇਕੋਲੋਜਿਸਟ ਮੈਂ ਕੰਮ ਕਰਦਾ। ਡਾਕਟਰ ਮੀਨੂ ਭਨੋਟ ਸਾਡੇ ਫੁੱਲ ਟਾਈਮ ਗਾਇਨੇਕੋਲੋਜਿਸਟ ਆ, ਪੂਰਾ OPD ਕਰਦੇ ਨਾਲੇ ਸਾਡਾ ਸਾਰਾ ਕੰਮ ਕਰਦੇ ਨਾਲ। ਇਸ ਤੋਂ ਇਲਾਵਾ ਡਾਕਟਰ ਵਿਸ਼ਾਲ ਭਨੋਟ ਸਾਡੇ ਯੂਰੋਲੋਜਿਸਟ, ਡਾਕਟਰ ਵਿਸ਼ਾਲ ਵਿਗ ਸਾਡੇ ਯੂਰੋਲੋਜਿਸਟ ਹੈ, ਤੇ ਡਾਕਟਰ ਰਕੇਸ਼ ਵਿਗ ਸਰਜਨ ਆ, ਉਹ ਵੀ ਐਜ਼ ਏ ਯੂਰੋਲੋਜਿਸਟ ਜ਼ਰੂਰ ਪੈਨ ਤੇ ਕੰਮ ਕਰਦੇ। ਸਾਰੇ ਅਸੀਂ ਇਨ ਹਾਊਸ ਆ, ਇੱਕੋ ਬਿਲਡਿੰਗ 'ਚ ਇੱਕੋ ਛੱਤ ਥੱਲੇ ਸਾਰੇ ਅਸੀਂ ਕੰਮ ਕਰਦੇ ਹਾਂ। ਸਾਡੇ ਕਦੀ ਇਹ ਨਹੀਂ ਹੁੰਦਾ ਕਿ ਅਸੀਂ ਬੈਚ ਬਣਾਵਾਂਗੇ ਜਾਂ ਅੱਗੇ ਪਿੱਛੇ ਕਰਾਂਗੇ। ਇਸ ਤਾਂ ਜਿਸ ਹਿਸਾਬ ਸਿਰ ਲੇਡੀ ਦਾ ਸਾਈਕਲ ਚੱਲਦਾ, ਜਿਸ ਦਿਨ ਸਾਨੂੰ ਚਾਹੀਦਾ ਉਸ ਦਿਨ ਜਿਹੜਾ ਵੀ ਆਉਂਦਾ ਅਸੀਂ ਉਸ ਦੇ ਹਿਸਾਬ ਸਿਰ ਡੇਲੀ ਬੇਸਿਸ ਤੇ ਕੰਮ ਕਰਦੇ ਹਾਂ। ਅਸੀਂ ਬੈਚ ਇਕੱਠਾ ਕਰਕੇ ਜਾਂ ਉਹ ਜਿਹਾ ਕੰਮ ਨਹੀਂ ਕਰਦੇ, ਅਸੀਂ ਡੇ ਟੂ ਡੇ ਬੇਸਿਸ ਤੇ ਹੀ ਕੰਮ ਕਰਦੇ। ਸਰ IVF ਤੁਸੀਂ ਇੱਕ ਲਾਸਟ ਰਿਜ਼ੋਰਟ ਮੰਨਦੇ ਹੋ, ਔਰ ਇਨਫਰਟਿਲਿਟੀ ਦੇ ਜਿਹੜੇ ਕੇਸਿਸ ਆਉਂਦੇ ਨੇ, ਕਈ ਲੋਕਾਂ ਨੂੰ ਤੁਸੀਂ ਕਾਉਂਸਲਿੰਗ ਦੇ ਨਾਲ, ਕਈ ਲੋਕਾਂ ਨੂੰ ਸਿੰਪਲ ਰੀਜ਼ਨਸ ਦੇ ਨਾਲ, ਕਿਸੇ ਨੂੰ PCOD ਦੀ ਪ੍ਰੋਬਲਮ ਹੈਗੀ ਆ, ਕਿਸੇ ਨੂੰ ਥਾਇਰਾਇਡ ਦੀ ਪ੍ਰੋਬਲਮ ਹੈਗੀ ਆ, ਕਿਸੇ ਨੂੰ ਟਿਊਬਰਕਲੋਸਿਸ ਦੀ ਪ੍ਰੋਬਲਮ ਹੈਗੀ ਆ, ਤਾਂ ਤੁਸੀਂ ਸਿੰਪਲ ਰੀਜ਼ਨ ਦੇਖ ਕੇ ਵੀ ਔਰ ਕਾਉਂਸਲਿੰਗ ਕਰਕੇ, ਕਈਆਂ ਨੂੰ ਡੇਜ਼ ਦਾ ਨਹੀਂ ਪਤਾ ਹੁੰਦਾ, ਔਰ ਤੁਸੀਂ IVF ਤਾਂ ਬਿਲਕੁਲ ਲਾਸਟ ਦੇ ਉੱਤੇ ਉਹਨਾਂ ਨੂੰ ਸੁਜੈਸਟ ਕਰਦੇ ਹੋ। ਔਰ ਇਨਫਰਟਿਲਿਟੀ ਜਿਹੜੀ ਹੈਗੀ ਆ, ਜਿਹਦੇ ਵਿੱਚ IVF ਦੀ ਆਪਾਂ ਗੱਲ ਕਰ ਲਈਏ, ਜਿਹੜੇ ਪੇਸ਼ੈਂਟ ਆਉਂਦੇ ਨੇ ਇਨਫਰਟਾਈਲ, ਤਾਂ IVF ਦਾ ਉਹਦੇ ਵਿੱਚੋਂ 15-20% 25% ਵਾਲੀ IVF ਹੁੰਦਾ, ਬਾਕੀ ਸਾਰਾ ਦਾ ਜਿਹੜਾ ਹੈਗਾ ਕੋਈ IUI ਨਾਲ ਸਿੰਪਲ ਪ੍ਰੋਸੀਜਰ ਦੇ ਨਾਲ ਹੀ ਹੋ ਜਾਂਦਾ। ਜਿਹੜੇ ਇਨਫਰਟਿਲਿਟੀ ਦੇ ਪੇਸ਼ੈਂਟ ਆਉਂਦੇ IVF ਐਕਚੁਅਲੀ ਲਾਸਟ, ਬਿਲਕੁਲ ਸਹੀ ਹੈ ਕਿ ਲਾਸਟ ਰਿਜ਼ੋਰਟ ਆ। ਇਹਨਾਂ 'ਚੋਂ ਐਕਚੁਅਲੀ 50% ਕੇਸਿਸ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਟਾਈਮਿੰਗ ਦੱਸੀ ਜਾਵੇ ਵੀ ਕਿਸ ਵੇਲੇ ਇੱਕ ਬੰਦਾ ਉਹਦੇ ਹਿਸਾਬ ਸਿਰ ਕਿੱਦਾਂ ਉਹਨਾਂ ਨੇ ਆਪਣਾ ਜ਼ਿੰਦਗੀ ਚੱਲਣਾ ਵਾ, ਉਹਦੇ ਨਾਲ 50% ਤੱਕ ਪ੍ਰੈਗਨੈਂਸੀ ਹੋ ਸਕਦੀ ਤੇ ਹੋ ਵੀ ਜਾਂਦੀ ਹੈ। ਉਹਦੇ ਇਲਾਵਾ ਸਿੰਪਲ ਪ੍ਰੋਸੀਜਰ ਜਿੱਦਾਂ ਅਸੀਂ ਮੈਡੀਸਨ ਨਾਲ ਐਗ ਬਣਾਈਏ ਲੇਡੀ ਦਾ, ਉਹਦੇ ਨਾਲ ਫਿਰ ਓਵੂਲੇਸ਼ਨ ਰਿਡਕਸ਼ਨ ਐਗ ਰਿਲੀਜ਼ ਕਰਾਈਏ ਦਵਾਈ ਨਾਲ, ਟਾਈਮਿੰਗ ਕਰਾ ਕੇ ਉਹਨਾਂ ਦਾ ਹੋ ਜਾਏ, ਉਹਦੇ ਨਾਲ ਵੀ ਬਹੁਤ ਜ਼ਿਆਦਾ ਕੇਸਿਸ ਹੈ ਜਿਨ੍ਹਾਂ ਦੀ ਪ੍ਰੈਗਨੈਂਸੀ ਹੋ ਜਾਂਦੀ ਹੈ। ਜਿਹੜਾ IVF ਲਾਸਟ ਰਿਜ਼ੋਰਟ ਆ, IVF ਜਿਹੜਾ ਅਸੀਂ ਕਰਦੇ ਹਾਂ, ਜੇ ਤੁਸੀਂ ਦੇਖਿਆ ਜਾਵੇ ਇਨਫਰਟਿਲਿਟੀ ਪੇਸ਼ੈਂਟਸ ਤੋਂ ਸਾਰੇ 2 ਜਾਂ 5 ਕੇਸਿਸ ਦਾ ਹੁੰਦਾ ਹੈ। IUI ਦੀ ਵੀ ਜ਼ਰੂਰਤ ਬਹੁਤ ਘੱਟ ਪੈਂਦੀ, ਆਲਮੋਸਟ 60 to 70% ਪੇਸ਼ੈਂਟਸ ਜਿਹੜੇ ਕੰਸਲਟੇਸ਼ਨ, ਗਾਈਡੈਂਸ ਤੇ ਸਿੰਪਲ ਪ੍ਰੋਸੀਜਰ ਨਾਲ ਆਪਣੇ ਆਪ ਹੀ ਪ੍ਰੈਗਨੈਂਟ ਹੋ ਜਾਂਦੇ। ਡਾਕਟਰ ਜਿਸ ਤਰੀਕੇ ਨਾਲ ਤੁਹਾਡੇ ਕੋਲ ਟੈਕਨੀਕਸ ਹੈਗੇ ਆ ਕਿ ਅਗਰ ਮੇਲ ਇਨਫਰਟਿਲਿਟੀ ਦੇ ਵਿੱਚ ਮਰਦ ਦੇ ਸ਼ੁਕਰਾਣੂ ਆ ਜਿਹੜੇ, ਚਾਹੇ ਉਹ ਘੱਟ ਆ, ਚਾਹੇ ਉਹ ਬਿਲਕੁਲ ਨਹੀਂ ਬਣ ਰਹੇ, ਚਾਹੇ ਉਹਨਾਂ ਦੇ ਵਿੱਚ ਮੋਰਟੈਲਿਟੀ ਘੱਟ ਹੈਗੀ ਆ, ਤਾਂ ਹਰ ਤਰ੍ਹਾਂ ਦਾ ਇਲਾਜ ਜਿਹੜਾ ਹੈਗਾ ਐਂਜੀਓਸਪਰਮੀਆ ਤੇ ਹੋਰ ਜਿਹੜੀਆਂ ਟੈਕਨੀਕਸ ਤੁਹਾਡੇ ਕੋਲ ਟੀਸਾਰਮਿਸਾ, ਹੋਰ ਬਹੁਤ ਸਾਰੀਆਂ ਜਿਹੜੀਆਂ ਟੈਕਨੀਕਸ ਨਈਆਂ ਤੁਹਾਡੇ ਕੋਲ ਇੱਥੇ ਹਸਪੀਟਲ ਦੇ ਐਡਵਾਂਸ 'ਚ ਹੈਗੀਆਂ। ਐਕਚੁਅਲੀ ਜੇ ਸਪਰਮ ਘੱਟ ਹੋਏ ਜਾਂ ਸਪਰਮ ਅਬਨੋਰਮਲ ਹੋਣ ਵਿੱਚੋਂ ਬਹੁਤ ਘੱਟ ਸਪਰਮ ਹੋਣ, ਸਾਨੂੰ ਇੱਕ ਐਗ ਵਾਸਤੇ ਫਿਕਸ ਸਪਰਮ ਚਾਹੀਦਾ। ਅਸੀਂ ਇੱਕ ਹੀ ਕਰਦੇ ਹਾਂ 100%, ਅਸੀਂ IVF ਨਹੀਂ ਕਰਦੇ। ਉਹਦੇ ਨੰਬਰ ਆਫ ਸਪਰਮ ਦੀ ਰਿਕੁਆਇਰਮੈਂਟ ਬਹੁਤ ਘੱਟ ਜਾਂਦੀ ਹੈ। ਜਿੰਨੇ ਐਗ ਹੋਣ ਸਾਨੂੰ ਉਨੇ ਸਪਰਮ ਚਾਹੀਦੇ ਆ, ਜਦ ਕਿ ਨਾਰਮਲ ਮੇਲ ਦੇ ਵਿੱਚ, ਮਰਦ ਦੇ ਵਿੱਚ ਜਿਹੜੇ ਸਪਰਮ ਕਾਊਂਟ ਹੁੰਦਾ ਵਾ, ਉਹ ਨਾਰਮਲ ਅਸੀਂ 20 ਮਿਲੀਅਨ ਪਰ ML ਲੈਂਦੇ ਸੀਮਨ ਦਾ। ਇਹਦਾ ਮਤਲਬ 2 ਕਰੋੜ 1 ML, ਜਦ ਕਿ ਸਾਨੂੰ ਰਿਕੁਆਇਰਮੈਂਟ ਜੇ 10 ਐਗ ਬਣਦੇ ਜਾਂ 5 ਬਣਦੇ ਜਾਂ 15 ਬਣਦੇ 20 ਬਣਦੇ, ਸਿਰਫ ਉਹਨੇ ਐਕਟਿਵ ਤੇ ਨਾਰਮਲ ਸਪਰਮ ਦੀ ਜ਼ਰੂਰਤ ਆ, ਨਾ ਕਿ ਬਹੁਤ ਜ਼ਿਆਦਾ ਦੀ ਸਾਨੂੰ ਇੱਕ ਦੀ ਜ਼ਰੂਰਤ ਹੁੰਦੀ। ਇਸ ਕਰਕੇ ਬਹੁਤ ਘੱਟ ਸਪਰਮ ਵਾਲੇ ਜਾਂ ਜਿਨ੍ਹਾਂ 'ਚ ਨਾਰਮਲ ਸਪਰਮ ਆ, ਕੋਈ ਨਾਰਮਲ ਸਪਰਮ ਆ, ਉਹਨਾਂ ਵਿੱਚ ਵੀ ਹੋ ਜਾਂਦਾ। ਜਿਨ੍ਹਾਂ ਸਪਰਮ ਬਿਲਕੁਲ ਨਹੀਂ ਹੈਗੀ, ਉਹਨਾਂ ਡਿਫਰੈਂਟ ਪ੍ਰੋਸੀਜਰਸ ਦੇ ਨਾਲ ਅਸੀਂ ਸਪਰਮ ਕੱਢ ਸਕਦੇ ਹਾਂ। ਜਿਹੜੇ ਸਪਰਮ ਨਿਕਲਦੇ ਨੇ ਟੈਸਟ ਵਿੱਚੋਂ ਉਹ ਬਹੁਤ ਘੱਟ ਹੁੰਦੇ ਆ, ਉਹਨਾਂ ਨਾਲ ਵੀ IVF ਕਰਕੇ ਨਾਰਮਲ ਜਿਹੇ ਰਿਜ਼ਲਟ ਆਉਂਦੇ ਆ। ਇਸ ਕਰਕੇ ਬਹੁਤ ਘੱਟ ਹੀ ਪੇਸ਼ੈਂਟਸ ਹੁੰਦੇ ਆ ਜਿਨ੍ਹਾਂ ਦੇ ਸਪਰਮ ਅਸੀਂ ਕਿਸੇ ਸੋਰਸ ਤੋਂ ਨਹੀਂ ਲੈ ਸਕਦੇ। ਔਰ ਡਾਕਟਰ ਸੂਦ, ਜਿੱਦਾਂ ਤੁਸੀਂ ਇੱਕ IVF ਸਪੈਸ਼ਲਿਸਟ ਹੋ ਔਰ ਪਿਛਲੇ ਲੰਬੇ ਸਮੇਂ ਤੋਂ ਤੁਹਾਡੀ ਪ੍ਰੈਕਟਿਸ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਹੈਗੀ ਆ, ਔਰ ਤੁਸੀਂ ਐਜ਼ ਏ ਕਾਉਂਸਲਰ ਸੇਵਾਵਾਂ ਜਿਹੜੀਆਂ ਨਾਲ ਦੇ ਰਹੇ ਹੋ, ਕਿਉਂਕਿ ਕਈ ਵਾਰ ਲੋਕਾਂ ਦੇ 2-3 ਵਾਰ IVF ਫੇਲਰ ਹੋਏ ਹੁੰਦੇ ਆ, ਔਰ ਉਹਨਾਂ ਨੂੰ ਵੀ ਤੁਸੀਂ ਸਿੰਪਲਿਸਿਟੀ ਦੇ ਨਾਲ ਜਦੋਂ ਉਹਨਾਂ ਦੀ ਕਾਉਂਸਲਿੰਗ ਕਰਦੇ ਹੋ ਹਸਬੈਂਡ ਵਾਈਫ ਦੀ, ਕਿਉਂਕਿ ਤੁਹਾਡੇ ਕੋਲ ਐਮਬਰੀਓਲੋਜਿਸਟ ਇੱਥੇ ਮੌਜੂਦ ਹੈਗੇ ਆ, ਤੁਸੀਂ ਮੇਲ ਡਾਕਟਰ ਇੱਥੇ ਮੌਜੂਦ ਹੈਗੇ ਆ, ਮੇਲ ਦੇ ਨਾਲ ਤੁਹਾਡੀ ਫੀਮੇਲ ਦੇ ਨਾਲ ਉਹ ਮੈਡਮ ਜਿਹੜੇ ਹੈਗੇ ਆ ਜਦੋਂ ਕਾਉਂਸਲਿੰਗ ਕਰਦੇ ਆ, ਗੱਲਬਾਤ ਕਰਦੇ ਆ, ਤੇ ਕਈ ਵਾਰ ਸਿੰਪਲਿਸਿਟੀ ਦੇ ਨਾਲ ਹੀ, ਬਿਨਾਂ ਕਿਸੇ ਪ੍ਰੋਸੀਜਰਾਂ ਤੋਂ, ਨਾਰਮਲਿਟੀ ਦੇ ਨਾਲ ਹੀ ਕਈ ਵਾਰੀ ਉਹ ਲੋਕ ਕਨਸੀਵ ਕਰ ਜਾਂਦੇ। ਬਿਲਕੁਲ ਜੀ, ਜਿੱਦਾਂ ਮੈਂ ਆਲਰੇਡੀ ਦੱਸ ਚੁੱਕਾ ਵਾਂ, ਜੇ ਅਸੀਂ 100 ਕੇਸ ਡਿਫਰੈਂਟ ਏਜਸ ਦੇ ਆਉਂਦੇ, ਯੰਗ ਕੇਸਿਸ ਯੰਗ ਏਜ ਦੇ ਵਿੱਚ ਆਮ ਤੌਰ 'ਤੇ ਸਾਨੂੰ ਕੋਈ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਕਾਉਂਸਲਿੰਗ ਨਾਲ ਜਾਂ ਸਿੰਪਲ ਗਾਈਡੈਂਸ ਨਾਲ ਜਾਂ ਸਿੰਪਲ ਅਲਟਰਾਸਾਊਂਡ ਦੇ ਨਾਲ ਜਾਂ ਮੈਡੀਸਿਨਸ ਦੇ ਨਾਲ ਹੀ ਪ੍ਰੈਗਨੈਂਸੀ ਹੋ ਜਾਂਦੀ। ਸਿਰਫ ਜਿਹੜੇ ਪੇਸ਼ੈਂਟਸ ਦੇ ਵਿੱਚ ਬਾਰ-ਬਾਰ ਪ੍ਰੈਗਨੈਂਸੀ ਨਹੀਂ ਹੁੰਦੀ, ਉਹਨਾਂ ਵਿੱਚ ਹੀ IVF ਕਰਨਾ ਪੈਂਦਾ। ਹਾਂ, ਇਸ ਵੇਲੇ ਮੈਂ ਇੱਕ ਜ਼ਰੂਰ ਕਹਿਣੀ ਚਾਹਾਂਗਾ ਵੀ ਜਿਹੜੇ ਬੰਦਿਆਂ ਦੀ ਓਵੂਲੇਸ਼ਨ ਰਿਡਕਸ਼ਨ ਜਾਂ ਅੰਡੇ ਬਣਾਉਣ ਦੀਆਂ ਦਵਾਈਆਂ ਦਿੰਦੇ ਆ, ਉਹ 6 ਵਾਰੀ ਐਟ ਇੱਕ ਸਿਟਿੰਗ 3 ਤੋਂ 4 ਵਾਰੀ ਤੋਂ ਜ਼ਿਆਦਾ ਨਹੀਂ ਦੇਣੀ ਚਾਹੀਦੀ, ਤੇ ਮੈਕਸਿਮਮ 12 ਵਾਰੀ ਦੇਣੀ ਚਾਹੀਦੀ ਹੈ, ਕਿਉਂਕਿ ਉਹਦੇ ਨਾਲ ਜਦੋਂ ਬਾਰ-ਬਾਰ ਦਿੰਦੇ ਆ ਓਵਰੀ 'ਚੋਂ ਅੰਡੇ ਖਤਮ ਹੋ ਜਾਂਦੇ ਆ। ਪਰ ਇਹ ਵਾ ਵੀ ਜੇ ਅਸੀਂ ਉਹਨਾਂ ਨੂੰ ਢੰਗ ਸਿਰ ਕਰੀਏ, ਬਹੁਤ ਜ਼ਿਆਦਾ ਪਰਸੈਂਟੇਜ ਜਿਹੜੇ ਸਿੰਪਲ ਮੈਥਡ ਨਾਲ ਤੇ ਸਿੰਪਲ ਗਾਈਡੈਂਸ ਨਾਲ ਹੀ ਪ੍ਰੈਗਨੈਂਸੀ ਹੋ ਜਾਂਦੀ ਹੈ ਤੇ ਪੂਰੇ ਟਾਈਮ ਤੇ ਚੱਲਦੀ ਹੈ। ਡਾਕਟਰ ਸਾਹਿਬ, ਆਪਾਂ ਗੱਲ ਕਰ ਲਈਏ ਅੱਜ ਦਾ ਜਿਹੜਾ ਦੌਰ ਹੈ ਜਿਹਦੇ ਵਿੱਚ ਛੋਟੀ ਬੱਚੀਆਂ ਜਿਹੜੀਆਂ
ਉਹਨਾਂ ਨੂੰ PCOD ਦਾ ਗ੍ਰਸਤ ਹੋ ਜਾਂਦੀਆਂ ਹੈਗੀਆਂ ਔਰ ਅੱਗੇ ਜਾ ਕੇ ਐਂਡੋਮੈਟ੍ਰਿਓਸਿਸ ਤੇ ਇਨਫਰਟਿਲਿਟੀ ਜਿਹੜੀ ਆ ਉਹ ਰੂਪ ਧਾਰਨ ਕਰ ਲੈਂਦੀਆਂ। ਕੀ ਕਹਿਣਾ ਚਾਹੋਗੇ ਕਿ ਇਨਫਰਟਿਲਿਟੀ ਦਾ ਜਿਹੜਾ ਕਾਰਨ ਹੈਗੇ ਆ ਇਹ PCOD ਇੱਕ ਬਹੁਤ ਮੇਜਰ ਕਾਰਨ ਬਣ ਚੁੱਕਿਆ ਔਰ PCOD ਦਾ ਇਲਾਜ ਤੁਹਾਡੇ ਕੋਲੇ ਤਕਰੀਬਨ 10 ਵੂਮਨ ਦੇ ਵਿੱਚੋਂ 2-3 ਲੜਕੀਆਂ ਨੂੰ ਜਾਂ ਵੂਮਨਸ ਨੂੰ ਇਹ ਪ੍ਰੋਬਲਮ ਆਉਂਦੀ ਹੈ। PCOD ਐਸਲ ਬੜੀ ਵੱਡੀ ਪ੍ਰੋਬਲਮ ਬਣ ਚੁੱਕਿਆ ਹੈ। ਐਸਟੀਮੇਟਡ ਹੈਗਾ ਅਪ ਟੂ 50%, 40 to 50% ਕਈ ਥਾਵਾਂ ਤੇ ਯੰਗ ਲੜਕੀਆਂ 'ਚ ਪ੍ਰੋਬਲਮ ਹੈ। ਕਾਰਨ ਹੈਗਾ ਸਾਡਾ ਰਹਿਣ ਸਹਿਣ, ਸਾਡਾ ਖਾਣ ਪੀਣ, ਸਾਡੇ ਜਿਹੜੀ ਹੈ ਐਕਟੀਵਿਟੀ ਸਾਰੀ, ਅਸੀਂ ਕਿਤੇ ਵੀ ਜਾਣਾ ਹੋਵੇ ਅਸੀਂ ਪੈਦਲ ਨਹੀਂ ਚੱਲਦੇ, ਅਸੀਂ ਐਕਸਰਸਾਈਜ਼ ਕੋਈ ਨਹੀਂ ਕਰਦੇ, ਖਾਣਾ ਸਾਡਾ ਫਾਸਟ ਫੂਡਸ ਹੈਗੇ, ਜਿੰਨੇ ਫਾਸਟ ਫੂਡ ਮਾਰਕੀਟ 'ਚ ਮਿਲਦੇ ਸਾਰੇ ਫੈਟ ਬੇਸਡ ਹੈ। ਵੇਟ ਬਹੁਤ ਜ਼ਿਆਦਾ ਵੱਧ ਜਾਂਦਾ, ਜ਼ਿਆਦਾ ਵੇਟ ਵਧਣ ਦੇ ਨਾਲ ਇਹਦੇ ਸਾਈਡ ਇਫੈਕਟ ਆਉਂਦੇ ਆ, ਮੇਲ ਹਾਰਮੋਨਸ ਵੱਧਦੇ ਆ, ਹਿਰਸੂਟਿਜ਼ਮ ਹੁੰਦਾ ਵਾ, ਓਵਰੀਜ਼ ਦੇ ਵਿੱਚ PCOD ਹੋ ਜਾਂਦੀ ਹੈ, ਇਸ ਕਰਕੇ ਇਨਫਰਟਿਲਿਟੀ ਹੁੰਦੀ, ਪੀਰੀਅਡਸ ਰੈਗੂਲਰਿਟੀ ਹੁੰਦੀ ਹੈ। ਜਿਹੜੇ PCOD ਹੁੰਦੇ ਉਹਨਾਂ ਵਿੱਚ ਡਾਇਬਟੀਜ਼ ਦੀ ਇੰਸੀਡੈਂਸ ਵੱਧ ਜਾਂਦੀ ਹੈ, ਫਿਰ ਉਹਨਾਂ ਦੇ ਐਂਡੋਮੀਟਰੀਅਮ ਦੀ ਹਾਈਪਰਪਲੇਜ਼ੀਆ ਪੀਰੀਅਡ ਆਉਂਦੀ ਪ੍ਰੋਬਲਮ ਆਉਂਦੀ ਹੈ, ਫਿਰ ਈਵਨ ਇੱਥੋਂ ਤੱਕ ਹੁੰਦਾ ਉਹਦੇ ਵਿੱਚ ਐਂਡੋਮੀਟਰੀਅਮ ਦਾ ਬੱਚੇਦਾਨੀ ਦੀ ਲਾਈਨਿੰਗ ਜਿਹਨੂੰ ਐਂਡੋਮੀਟਰੀਅਮ ਕਹਿੰਦੇ ਉਹਦੇ ਕੈਂਸਰ ਦੀ ਇੰਸੀਡੈਂਸ ਵੀ ਜ਼ਿਆਦਾ ਹੁੰਦੀ ਹੈ। ਇਸ ਕਰਕੇ ਯੰਗ ਗਰਲਸ ਨੂੰ ਚਾਹੀਦਾ ਵਾ ਵੀ ਆਪਣੀ ਸਿਹਤ ਦਾ ਖਿਆਲ ਰੱਖਣ, ਆਪਣਾ ਖਾਣਾ ਬੈਲੈਂਸ ਖਾਣ, ਜਿਹੜਾ ਨਿਊਟ੍ਰੀਸ਼ੀਅਸ ਹੋਵੇ। ਨਿਊਟ੍ਰੀਸ਼ੀਅਸ ਦਾ ਮਤਲਬ ਐਵੇਂ ਨਹੀਂ ਫੈਟ ਰਿਚ ਹੋਵੇ, ਜਿਹੜਾ ਪ੍ਰੋਟੀਨ ਹੋਵੇ, ਬੈਲੈਂਸ ਡਾਈਟ ਹੋਵੇ, ਆਪਣਾ weight ਕੰਟਰੋਲ ਕਰਨ, ਐਕਸਰਸਾਈਜ਼ ਕਰਨ। ਜਾਂ ਅੱਜਕੱਲ੍ਹ ਐਕਸਰਸਾਈਜ਼ ਘੱਟ ਗਈ, ਇਸ ਕਰਕੇ ਉਹਨਾਂ ਨੂੰ ਜਿਮ ਜੁਆਇਨ ਕਰਨਾ ਚਾਹੀਦਾ, ਜਾਂ ਸੈਰ ਕਰਨ ਜਾਂ ਸਾਈਕਲਿੰਗ ਕਰਨ, ਤਾਂ ਕਿ ਉਹਨਾਂ ਦਾ weight ਨਹੀਂ ਵਧੇ। ਡਾਕਟਰ ਟਿਊਬਰਕਲੋਸਿਸ ਜਿਹੜੀ ਕਿ ਇੱਕ ਐਸੀ ਬਿਮਾਰੀ ਹੈ ਜਿਹੜੀ ਅੱਜਕੱਲ੍ਹ ਇੱਕ ਹਰਡਲ ਬਣ ਚੁੱਕੀ ਹੈ ਨਾਲ ਜਿਹੜੇ ਇਨਫਰਟਿਲਿਟੀ ਹੈ। ਕੀ ਕਹਿਣਾ ਚਾਹੋਗੇ ਕਿ ਟਿਊਬਰਕਲੋਸਿਸ ਕਈ ਵਾਰੀ ਅਨਡਿਫਾਈਨਡ ਵੀ ਰਹਿ ਜਾਂਦੀ ਹੈ, ਨਹੀਂ ਟੈਸਟਾਂ 'ਚ ਵੀ ਨਹੀਂ ਟਿਊਬਰਕਲੋਸਿਸ ਆਉਂਦੀ ਹੈ, ਲੇਕਿਨ ਮੇਨ ਕਾਰਨ ਉਹ ਹੁੰਦਾ ਔਰ ਜਦੋਂ ਤੁਸੀਂ ਉਹਨੂੰ ਟ੍ਰੀਟ ਕਰ ਦਿੰਦੇ ਹੋ ਤੇ ਉਹ ਕਨਸੀਵ ਕਰ ਜਾਂਦੇ। ਜਿਹੜੀ ਬੱਚੇਦਾਨੀ ਦੀ ਟਿਊਬਰਕਲੋਸਿਸ ਹੁੰਦਾ ਉਹ ਬੱਚੇਦਾਨੀ ਦੀ ਝਿੱਲੀ ਤੱਕ ਹੀ ਹੁੰਦਾ, ਆਮ ਤੌਰ ਤੇ ਬੱਚੇਦਾਨੀ ਤੋਂ ਬਾਹਰ ਨਹੀਂ ਆਉਂਦਾ। ਮਰੀਜ਼ ਦੀ ਸਿਹਤ ਤੇ ਕੋਈ ਅਸਰ ਨਹੀਂ ਪੈਂਦਾ, ਉਹਨਾਂ ਵਿੱਚ ਆਮ ਤੌਰ ਤੇ ਬੱਚਾ ਨਹੀਂ ਹੁੰਦਾ ਜਾਂ ਮਾਹਵਾਰੀ ਬਹੁਤ ਘੱਟ ਆਉਂਦੀ ਜਾਂ ਨਹੀਂ ਆਉਂਦੀ। ਹਾਂ, ਟਿਊਬਰਕਲੋਸਿਸ ਦਾ ਟ੍ਰੀਟਮੈਂਟ ਕਰਤਾ ਜਾਵੇ, ਟਿਊਬਾਂ ਠੀਕ ਰਹਿ ਜਾਣ, ਇਹ 'ਚ ਇੰਸੀਡੈਂਸ ਆਫ ਪ੍ਰੈਗਨੈਂਸੀ ਕਾਫੀ ਜ਼ਿਆਦਾ ਵਾ। ਜੇ ਫਿਰ ਵੀ ਨਾ ਹੋਵੇ, ਫਿਰ ਜੇਕਰ ਬੱਚੇਦਾਨੀ ਦੇ ਅੰਦਰੋਂ ਲਾਈਨਿੰਗ ਦੀ ਡੈਮੇਜ ਨਹੀਂ ਹੋਈ, ਖਤਮ ਨਹੀਂ ਹੋਈ, ਤੇ ਜਿਹੜੀ ਟ੍ਰੀਟਮੈਂਟ ਨਾਲ ਇਹਨਾਂ ਦਾ IVF ਕਰਕੇ ਪ੍ਰੈਗਨੈਂਸੀ ਕੀਤੀ ਜਾ ਸਕਦੀ। ਸਰ ਟੂਡੇ ਅੱਜਕੱਲ੍ਹ ਸਾਇੰਟੀਫਿਕ ਮੈਥਡ ਆ ਗਏ ਨੇ ਔਰ ਫਿਰ ਵੀ ਲੋਕ ਜਿਹੜੇ ਇਨਫਰਟਿਲਿਟੀ ਦਾ ਸ਼ਿਕਾਰ ਹੁੰਦੇ ਆ ਉਹ ਤਾਕਤ ਦੇ ਬਾਦਸ਼ਾਹ ਜਿਹੜੇ ਕਿ ਨੀਮ ਹਕੀਮ ਹੁੰਦੇ ਆ ਉਹਨਾਂ ਕੋਲ ਜਾਂਦੇ ਜ਼ਿਆਦਾ। ਮੁੱਛਾਂ ਜਿਹਨਾਂ ਦੀਆਂ ਖੜੀਆਂ ਹੁੰਦੀਆਂ ਵੀ ਅਸੀਂ ਡਾਕਟਰ ਹੈਗੇ ਆ, ਅਸੀਂ ਤੁਹਾਨੂੰ ਇਹੋ ਜਿਹੇ ਨੁਸਖੇ ਦੇਵਾਂਗੇ। ਕੀ ਕਹਿਣਾ ਚਾਹੋਗੇ ਕਿ ਜਦੋਂ ਕਿ ਮੈਡੀਕਲ ਸਾਇੰਸਿਸ ਦੇ ਵਿੱਚ ਅੱਜ ਸਪਰਮਸ ਦੇ ਲਈ ਹਰ ਚੀਜ਼ ਆ ਗਈ, ਟੈਸਟ ਆ ਗਏ ਹੈਗੇ ਆ, ਮੈਡੀਸਨਸ ਇਹਦੀਆਂ ਆ ਗਈਆਂ, ਸਪਰਮਸ ਦੇ ਨੂੰ ਆਪਾਂ ਹਰ ਚੀਜ਼ ਨੂੰ ਕਾਊਂਟਿੰਗ ਵਧਾ ਸਕਦੇ ਹੈਗੇ, ਆਪਾਂ ਉਹਨਾਂ ਨੂੰ ਮੈਡੀਸਨਸ ਦੇ ਸਕਦੇ ਹਾਂ, ਪਰ ਅੱਜ ਜਿਹੜੇ ਹੈਗੇ ਲੋਕ ਫਿਰ ਵੀ ਜਿਹੜੇ ਹੈਗੇ ਉਹ ਨੀਮ ਹਕੀਮਾਂ ਦੇ ਔਰ ਐਡਸ ਦੇ ਉੱਪਰ ਜਾ ਕਰ ਆਪਣੀਆਂ ਮੈਡੀਸਨਸ ਖਾਂਦੇ ਰਹਿੰਦੇ। ਇੱਕ ਇੱਥੇ ਪ੍ਰੋਬਲਮ ਹੈਗੀ ਹੈ ਜੀ, ਜਿਹੜੇ ਮੈਡੀਕਲ ਕੁਆਲੀਫਾਈਡ ਬੰਦੇ ਆ ਝੂਠ ਬੋਲ ਕੇ, ਝੂਠੀਆਂ ਤਸੱਲੀਆਂ ਦੇ ਕੇ ਇਲਾਜ ਨਹੀਂ ਕਰ ਸਕਦੇ। ਮਰੀਜ਼ ਨੂੰ ਸੱਚ ਦੱਸਣਾ ਪੈਂਦਾ ਵਾ, ਭਾਵੇਂ ਮਰੀਜ਼ ਨੂੰ ਪਸੰਦ ਆਵੇ ਜਾਂ ਨਹੀਂ ਆਵੇ। ਹਾਂ, ਸਿੱਧਾ ਠਾਹ ਕਰਕੇ ਤਾਂ ਨਹੀਂ ਦੱਸਦੇ, ਪਰ ਉਹਨੂੰ ਸਮਝਾਉਣਾ ਪੈਂਦਾ ਵੀ ਇਹ ਪ੍ਰੋਬਲਮ ਇੱਦਾਂ, ਇਹਦਾ ਹੱਲ ਹੋਊਗਾ। ਜਿਹੜੇ ਇਹੋ ਜਿਹੇ ਤਾਕਤ ਦੇ ਬਾਦਸ਼ਾਹ ਬੰਦੇ ਹੈਗੇ ਆ, ਇਹਨਾਂ ਦੀ ਐਡ ਵਗੈਰਾ ਬਹੁਤ ਜ਼ਿਆਦਾ ਵਾ, ਇਹਨਾਂ ਨੇ ਝੂਠ ਸੱਚ ਬੋਲ ਕੇ ਮਰੀਜ਼ ਨੂੰ ਆਪਣੇ ਵੱਲ ਖਿੱਚ ਲੈਣਾ, ਉਹਦੀਆਂ ਇਹੋ ਜਿਹੀਆਂ ਤਸੱਲੀਆਂ ਦੇਣੀਆਂ ਵੀ ਉਹ ਪੈਸੇ ਲਈ ਜਾਣੇ ਆ, ਤੇ ਮਰੀਜ਼ ਦਾ ਬਸ ਜੋ ਕਰਦੇ ਆ ਤੁਸੀਂ ਦੇਖ ਹੀ ਰਹੇ ਜੇ। ਤੇ ਇਸ ਕਰਕੇ ਇਹਨਾਂ ਤੋਂ ਬਚਣਾ ਹੀ ਪਏਗਾ। ਇਹਨਾਂ ਨਾਲ ਕੰਮ ਕਰਕੇ ਜਾਂ ਇਹਨਾਂ ਦਾ ਕੋਈ ਕੰਟਰੋਲ ਤਾਂ ਗੌਰਮੈਂਟ ਦਾ ਇਹਨਾਂ ਤੇ ਹੈ ਨਹੀਂ। ਜਿੱਦਾਂ ਦੀਆਂ ਤੁਸੀਂ ਐਡ ਦੇਖ ਰਹੇ ਜੇ ਅੱਜਕੱਲ੍ਹ TV ਤੇ ਅਖਬਾਰ 'ਚ ਦੇਖੋਗੇ, ਮੈਕਸਿਮਮ ਐਡ ਜਿਹੜੀਆਂ ਆਉਂਦੀਆਂ ਵਾ ਇਹਨਾਂ ਬੰਦਿਆਂ ਦੀਆਂ ਆਉਂਦੀਆਂ ਜਿਹੜੇ ਤਾਕਤ ਦੇ ਬਾਦਸ਼ਾਹ ਹੁੰਦੇ, ਜਾਂ ਡਿਫਰੈਂਟ ਟਾਈਪ ਦੀਆਂ ਪੈਥੀਆਂ ਚਾਲੂ ਕੀਤੀਆਂ, ਆਪਣੇ ਇਲਾਜ ਆਪਣੇ ਮੂੰਹ ਦੱਸਦੇ ਅਸੀਂ ਇਹਦਾ ਇਲਾਜ ਕਰਦੇ, ਜਿਹਦਾ ਰਿਜ਼ਲਟ ਕਰਕੇ ਕੋਈ ਅਥੈਂਟਿਕੇਟਡ ਨਹੀਂ, ਕਿਤੇ ਪ੍ਰੂਵ ਨਹੀਂ ਹੋਇਆ ਵੀ ਇਹ ਬਾਕੀ ਰਿਜ਼ਲਟ ਹੈ। ਤਾਂ ਅਗਰ ਆਪਾਂ ਗੱਲ ਕਰ ਲਈਏ ਅੱਜ ਦਾ ਜਿਹੜਾ ਲਾਈਫ ਸਟਾਈਲ ਹੈ ਜਿਹਦੇ ਵਿੱਚ ਜੰਕ ਫੂਡਸ ਔਰ ਲੇਟ ਮੈਰਿਜਸ, ਸਭ ਤੋਂ ਵੱਡੀ ਗੱਲ ਹੈ ਕਿ ਅੱਜ ਦੇ ਬੱਚੇ ਜਿਹੜੇ ਆ ਕੈਰੀਅਰ ਕੌਨਸ਼ੀਅਸ ਹੋ ਗਏ ਆ, 27-28 ਸਾਲ ਦੀ ਏਜ ਹੋ ਗਈ ਹੈਗੀ ਆ, ਜਦੋਂ ਕਿ ਐਲਗੋਜਿਸਟ ਜਿਹੜਾ ਆਪਾਂ ਗੱਲ ਕਰ ਲਈਏ ਮਾਹਵਾਰੀ ਆਉਣ ਦੀ, ਪਹਿਲਾਂ ਤਾਂ 14-15 ਸਾਲ 16 ਸਾਲ ਦੀ ਏਜ ਹੁੰਦੀ ਸੀਗੀ ਜਦੋਂ ਕਹਿੰਦੇ ਸਾਲ 16ਵਾਂ ਚੜਿਆ ਕੁੜੀਆਂ ਨੂੰ, ਲੇਕਿਨ ਅੱਜ ਕੱਲ੍ਹ ਬੱਚਿਆਂ ਨੂੰ ਉਹ ਮੈਨਸਟ੍ਰੂਏਸ਼ਨ ਪੀਰੀਅਡ ਜਿਹੜਾ ਹੈਗਾ ਉਹ ਪਹਿਲਾਂ ਹੋ ਗਿਆ ਔਰ ਮੈਰਿਜਸ ਲੇਟ ਹੋ ਗਈਆਂ। ਔਰ ਉਹ ਕੀ ਕਹਿਣਾ ਚਾਹੋਗੇ ਕਿ ਇਹ ਵੀ ਬਹੁਤ ਵੱਡਾ ਹਰਡਲ ਹੈ ਜਿਹਦੇ ਵਿੱਚ ਬੱਚਿਆਂ ਨੂੰ ਜਿਹੜੀ ਹੈਗੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਵੇਲੇ ਦੇਖਣ 'ਚ ਆਇਆ ਕਿ ਇੱਕ ਤਾਂ ਮੈਰਿਜ ਦੀ ਏਜ ਬਹੁਤ ਲੇਟ ਹੋ ਗਈ ਹੈ, ਨੰਬਰ 2 ਜਿਨ੍ਹਾਂ ਦੀ ਮੈਰਿਜਸ ਵੀ ਹੁੰਦੀਆਂ ਵਾ ਉਹ ਆਪਣੇ ਕੈਰੀਅਰ ਬਾਰੇ ਜ਼ਿਆਦਾ ਸੋਚਦੇ ਆ, ਆਪਣੀ ਫੈਮਿਲੀ ਬਾਰੇ ਘੱਟ ਸੋਚਦੇ ਆ। ਸਾਡੇ ਕੋਲ 30-35 ਸਾਲ ਦੀ ਲੇਡੀਜ਼ ਆਉਂਦੀਆਂ ਵਾ ਜਿਹੜੀਆਂ ਮੈਰਿਡ ਨੇ ਕਿ ਨਹੀਂ ਡਾਕਟਰ ਸਾਹਿਬ ਹਲੇ ਬੱਚਾ ਨਹੀਂ ਅਸੀਂ ਕਰਨਾ ਚਾਹੁੰਦੇ ਜੀ, ਸਾਡਾ ਕੈਰੀਅਰ ਸੈਟਲ ਨਹੀਂ ਹੋਇਆ। ਇਹ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਜਿਹੜੀ ਫੈਮਿਲੀ ਵੀ ਕੈਰੀਅਰ ਆ ਜਿਹੜਾ ਬਹੁਤ ਜ਼ਰੂਰੀ ਹੈ। ਇਸ ਤੋਂ ਇਹ ਇੱਕ ਟਾਈਮ ਬਾਉਂਡ ਪ੍ਰੋਸੈਸ ਆ, ਜੇ ਇਸ ਤੋਂ ਅਸੀਂ ਨਿਕਲ ਜਾਵਾਂਗੇ, ਇਸ ਤੋਂ ਖੁੰਝ ਜਾਵਾਂਗੇ, ਬਾਅਦ ਦੇ ਵਿੱਚ
ਪੈਸਾ ਵੀ ਸਾਡੀ ਹੈਲਪ ਨਹੀਂ ਕਰ ਸਕਦਾ ਪੁਰਾਣਾ ਟਾਈਮ ਵਾਪਸ ਲਿਆਉਣ। ਫਿਰ ਸਾਨੂੰ ਡਿਫਰੈਂਟ ਮੈਥਡ ਡਿਫਰੈਂਟ ਕੰਮ ਕਰਨੇ ਪੈਂਦੇ ਆ, ਜਿਹੜਾ ਕਿ ਨੈਚੁਰਲ ਕੰਮ ਤੋਂ ਦੇ ਬਰਾਬਰ ਤਾਂ ਜੋ ਰੱਬ ਕਰਦਾ ਉਹਦੇ ਬਰਾਬਰ ਤਾਂ ਕੋਈ ਕੁਝ ਕਰ ਨਹੀਂ ਸਕਦਾ। ਇਸ ਕਰਕੇ ਇੱਕ ਪ੍ਰੋਪਰ ਏਜ ਆ ਜਿਸ ਤੱਕ ਫੈਮਿਲੀ ਕੰਪਲੀਟ ਕਰਨੀ ਚਾਹੀਦੀ ਆ, ਸਟਾਰਟ ਕਰਨੀ ਚਾਹੀਦੀ, ਇਹ ਸਾਰਾ ਜ਼ਰੂਰੀ ਹੈ। ਕੈਰੀਅਰ ਜਿਹੜਾ ਆਪਣੀ ਥਾਂ ਤੇ ਹੈ, ਫੈਮਿਲੀ ਆਪਣੀ ਥਾਂ ਤੇ। ਤਾਂ ਅੱਜ ਕੱਲ੍ਹ ਜਿੱਦਾਂ ਓਸਾਈਡ ਫ੍ਰੀਜ਼ਿੰਗ ਔਰ ਜਿਹੜੇ ਕੈਂਸਰ ਦੇ ਕਈ ਪੇਸ਼ੈਂਟ ਹੁੰਦੇ ਆ ਜਾਂ ਜਿਨ੍ਹਾਂ ਨੇ ਲੰਬਾ ਸਮਾਂ ਬਾਹਰ ਜਾਣਾ ਹੁੰਦਾ ਕਿ ਅਸੀਂ ਬਾਹਰੋਂ ਆ ਕੇ ਫਿਰ ਦੁਬਾਰਾ ਤੋਂ ਪਲਾਨ ਕਰਾਂਗੇ, ਉਹ ਲੋਕ ਓਸਾਈਡ ਫ੍ਰੀਜ਼ਿੰਗ ਵੱਲ ਵੀ ਜਾ ਰਹੇ ਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਓਸਾਈਡ ਫ੍ਰੀਜ਼ਿੰਗ ਜਿਹੜਾ ਇੱਕ ਸਟੈਂਡਰਡ ਪ੍ਰੋਸੀਜਰ ਹੈ, ਅਸੀਂ ਓਵੂਲੇਸ਼ਨ ਇੰਡਕਸ਼ਨ ਕਰਕੇ ਇੰਜੈਕਸ਼ਨਸ ਦੇ ਕੇ ਲੇਡੀ ਦਾ ਮਲਟੀਪਲ ਐਗ ਬਣਾਉਂਦੇ ਆ, ਉਹਨਾਂ ਚੋਂ ਮੈਚਿਓਰ ਐਗ ਆ ਜਿਹੜੇ ਉਸਨੂੰ ਫ੍ਰੀਜ਼ ਕਰ ਲੈਂਦੇ ਆ ਅਪ ਟੂ 60-70% ਜਿਹੜੇ ਐਗ ਆ ਜਦੋਂ ਅਸੀਂ ਉਹਨਾਂ ਨੂੰ ਥਾ ਕਰਦੇ ਜਾਂ ਉਹਨਾਂ ਨੂੰ ਵਾਪਸ ਲਿਆਉਂਦੇ ਆ, ਉਹ ਲਾਈਵ ਹੁੰਦੇ ਆ, ਉਹਨਾਂ ਨੂੰ ਅਸੀਂ ਦੁਬਾਰਾ ਯੂਜ਼ ਕਰ ਸਕਦੇ ਹਾਂ। ਦੈਟ ਮੀਨਸ ਕਿ ਦਿਸ ਇਜ਼ ਦੀ ਆਲਸੋ ਸੇਫ ਪ੍ਰੋਸੀਜਰ। ਹਾਂ, ਬਿਲਕੁਲ ਸੇਫ ਤੇ ਸਟੈਂਡਰਡ ਪ੍ਰੋਸੀਜਰ ਆ, ਇਹੋ ਜਿਹਾ ਕੋਈ ਨਹੀਂਗਾ ਵੀ ਜੇ ਐਕਸਪੈਰੀਮੈਂਟਲ ਨਹੀਂਗਾ, ਇਹ ਸਟੈਂਡਰਡ ਪ੍ਰੋਸੀਜਰ ਜਿਹਦਾ ਰਿਜ਼ਲਟ ਡੈਫੀਨਿਟ ਹੈਗੇ ਤੇ ਚੰਗੇ ਰਿਜ਼ਲਟ ਆ। ਐਡਾ ਸਰ ਕੀ ਕਹਿਣਾ ਚਾਹੋਗੇ ਕਿ ਐਡਵਾਂਸ ਜਿਹੜਾ ਹੈਗਾ ਆਈਵੀਐਫ ਸੈਂਟਰ ਆ, ਇਹਦੇ ਵਿੱਚ ਰੇਟਸ ਦੇ ਉੱਤੇ ਬੜਾ ਧਿਆਨ ਦਿੱਤਾ ਗਿਆ। ਤੁਸੀਂ ਪੁਰਾਣੇ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹੋ ਔਰ ਹਮੇਸ਼ਾ ਤੁਸੀਂ ਕੋਸਟ ਕੌਨਸ਼ੀਅਸ ਨਾਲ ਰਹੋ ਕਿ ਪੇਸ਼ੈਂਟਸ ਜਿਹੜੇ ਪਹਿਲਾਂ ਹੀ ਪਰੇਸ਼ਾਨੀ ਦਾ ਸ਼ਿਕਾਰ ਹੈਗੇ ਆ, ਪਹਿਲੀ ਗੱਲ ਤਾਂ ਉਹਨਾਂ ਨੂੰ ਆਈਵੀਐਫ ਲਈ ਤੁਸੀਂ ਉਸੇ ਪੇਸ਼ੈਂਟਸ ਨੂੰ ਲੈ ਕੇ ਜਾਂਦੇ ਹੋ ਜਿਹੜੇ ਪੇਸ਼ੈਂਟ ਨੂੰ ਆਈਵੀਐਫ ਦੀ ਲੋੜ ਹੈ, ਔਰ ਦੂਸਰਾ ਅਗਰ ਆਈਵੀਐਫ ਤੇ ਉਹਨੂੰ ਚਲੇ ਵੀ ਜਾਣਾ ਪਵੇ ਤਾਂ ਉਹਨਾਂ ਦੀ ਪਾਕਟ ਦੇਖ ਕੇ ਇਹ ਨਹੀਂ ਹੈ ਕਿ ਕੋਈ ਬੜਾ ਜੇ ਮਤਲਬ ਗਰੀਬ ਬੰਦੇ ਜਿਹੜੇ ਹੈਗੇ ਆ ਉਹਨਾਂ ਦੀ ਇਨਫਰਟਿਲਿਟੀ ਹੈ ਤਾਂ ਉਹਨਾਂ ਨੂੰ ਵੀ ਤੁਸੀਂ ਥੋੜਾ ਜਿਹਾ ਕੰਪਲੀਮੇਸ਼ਨ ਦੇ ਕੇ ਉਸ 'ਚ ਲੈ ਕੇ ਜਾਂਦੇ ਹੋ। ਆਈਵੀਐਫ ਪ੍ਰੋਸੈਸ ਜਿਹੜੀ ਹੈ ਬੱਚੇ ਤਾਂ ਹਰ ਕਿਸੇ ਬੰਦੇ ਨੂੰ ਜ਼ਰੂਰਤ ਹੈ, ਭਾਵੇਂ ਕੋਈ ਗਰੀਬ ਹੈ ਤੇ ਕੋਈ ਅਮੀਰ ਹੈ। ਸਾਡੇ ਕੋਲ ਗਰੀਬ ਵੀ ਆਉਂਦੇ ਆ, ਅਮੀਰ ਵੀ ਆਉਂਦੇ, ਪਰ ਸਾਡਾ ਇੱਕ ਦੇਖ ਲਈਦਾ ਜਿੰਨਾ ਕੁ ਬੰਦਾ ਘੱਟ ਤੋਂ ਘੱਟ ਕਰ ਸਕਦਾ ਉਹਦਾ ਘੱਟ ਤੋਂ ਘੱਟ ਕਰ ਲਈਦਾ। ਜੇ ਰੈਗੂਲਰ ਰੇਟ ਵੀ ਸਾਡੇ ਬਹੁਤ ਜ਼ਿਆਦਾ ਨਹੀਂ ਹੈ, ਇੱਕ ਕਮਿਟਮੈਂਟ ਆ ਵੀ ਟਰਾਂਸਪੇਰੈਂਸੀ ਹੈਗੀ ਹੈ, ਜਿੰਨੇ ਅਸੀਂ ਪੈਸੇ ਕਵਾਂਗੇ ਸ਼ੁਰੂ ਤੇ ਉਸ ਤੋਂ ਵੱਧ ਨਹੀਂ ਲਈਦੇ, ਬਹੁਤ ਘੱਟ 'ਚ ਅਸੀਂ ਕਰ ਦਿੰਦੇ ਆ। ਆ ਕੇ ਬੈਠ ਜਾਂਦੇ ਗਰੀਬ ਬੰਦੇ, ਕੀ ਕਰੀਏ, ਪ੍ਰੈਗਨੈਂਸੀ ਚਾਹੀਦੀ ਹੈ, ਜਾਣਾ ਹੀ ਨਹੀਂ ਅਸੀਂ, ਚਲੋ ਜੋ ਆ ਜਾਂਦਾ ਜੋ ਆਵੇ ਰਾਜੀ ਜਾਵੇ, ਇਹੋ ਗੱਲ ਆ, ਠੀਕ ਹੈ। ਡਾਕਟਰ ਸਾਹਿਬ ਇਹਦੇ ਨਾਲ ਨਾਲ ਤੁਹਾਡੇ ਕੋਲ ਜਿਹੜੀ ਐਡਵਾਂਸ ਜਿਹੜੇ ਆਈਵੀਐਫ ਆ ਉਹਦੇ ਵਿੱਚ ਐਮਬਰੋਲੋਜਿਸਟ ਦੀ ਵੀ ਟੀਮ ਜਿਹੜੀ ਹੈਗੀ ਆ ਔਰ ਡਾਕਟਰ ਸਾਹਿਬ ਜਿਹੜੇ ਪਨੋਵਟ ਜੀ ਨੇ ਉਹ ਵੀ ਇੱਥੇ ਸੇਵਾ ਕਰ ਰਹੇ ਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਵੀ ਕਿੰਨੀ ਦੇਰ ਤੋਂ ਇਹ ਵੀ ਨਾਲ ਅਟੈਚ ਨੇ? ਅਸੀਂ 2.5 ਸਾਲ ਤੋਂ ਇਹ ਕੰਮ ਕਰ ਰਹੇ ਹਾਂ। 2.5 ਸਾਲ ਤੋਂ ਅਸੀਂ ਇਕੱਠੇ ਕੰਮ ਸ਼ੁਰੂ ਕੀਤਾ ਸੀਗਾ। ਇਸ ਤੋਂ ਪਹਿਲਾਂ ਨੋਵਾ 'ਚ ਵੀ ਕੰਮ ਕੀਤਾ, ਇੰਡੀਪੈਂਡੈਂਟ ਵੀ ਕੰਮ ਕੀਤਾ। ਇਹਨਾਂ ਦਾ ਬਹੁਤ ਐਕਸਪੀਰੀਅੰਸ ਆ। ਇਹਨਾਂ ਦੇ ਕੰਮ ਕਰਕੇ ਸਾਡੇ ਰਿਜ਼ਲਟ ਮੈਂ ਕਹਾਂਗਾ ਵੀ ਬਹੁਤ ਚੰਗੇ ਆ, ਕਿਉਂਕਿ ਮੇਰਾ ਕੰਮ ਤਾਂ ਸਿਰਫ ਐਗ ਤਿਆਰ ਕਰਨਾ, ਐਂਬਰੀਓ ਇਹਨਾਂ ਨੇ ਬਣਾਉਣੇ ਆ, ਐਂਬਰੀਓ ਦੀ ਕੁਆਲਿਟੀ ਵਧੀਆ ਇਹਨਾਂ ਨੇ ਦੇਣੀ ਹੈ। ਜੇ ਚੰਗੀ ਕੁਆਲਿਟੀ ਦੇ ਐਂਬਰੀਓ ਬਣਨਗੇ ਤਾਂ ਹੀ ਰਿਜ਼ਲਟ ਆਉਣਗੇ। ਤੇ ਟਰਾਂਸਪੇਰੈਂਟਲੀ ਦਿਖਾ ਕੇ ਅਸੀਂ ਪੇਸ਼ੈਂਟ ਨੂੰ ਐਂਬਰੀਓ ਦਿਖਾਉਂਦੇ ਵੀ ਹਾਂ, ਆਪ ਵੀ ਦੇਖਦੇ ਹਾਂ। ਜਿਹੜੇ ਏ ਗ੍ਰੇਡ ਐਂਬਰੀਓ ਹੁੰਦੇ ਉਹ ਟ੍ਰਾਂਸਫਰ ਕਰੀਦੇ ਆ, ਤੇ ਇਸ ਕਰਕੇ ਉਹਨਾਂ ਦਾ ਮੇਰਾ ਖਿਆਲ ਆ ਜ਼ਿਆਦਾ ਯੋਗਦਾਨ ਮੇਰੇ ਨਾਲ ਹੋਈ, ਕਿਉਂਕਿ ਉਹਨਾਂ ਦਾ ਹੀ ਸਾਡਾ ਕੰਮ ਬੇਸਿਕਲੀ ਡਿਪੈਂਡੈਂਟ ਆ। ਇਹ ਇੱਕ ਬੜੀ ਇੰਪੋਰਟੈਂਟ ਕੜੀ ਹੈ ਐਮਬਰੀਓਲੋਜਿਸਟ ਦੀ, ਜੇ ਇਹ ਵੀਕ ਹੋਵੇ ਤਾਂ ਰਿਜ਼ਲਟ ਦੇਣੇ ਬਹੁਤ ਔਖੇ। ਦਰਸ਼ਕੋ ਹੁਣ ਅਸੀਂ ਨਾਲ ਦੀ ਨਾਲ ਹੀ ਚਾਹਾਂਗੇ ਕਿ ਸਾਡੇ ਜਿਹੜੇ ਐਮਬਰੀਓਲੋਜਿਸਟ ਨੇ ਜਿਨ੍ਹਾਂ ਨੇ ਇਸ ਫੀਲਡ ਦੇ ਵਿੱਚ ਸੇਵਾਵਾਂ ਐਡਵਾਂਸ ਦੇ ਵਿੱਚ ਦੇ ਰਹੇ ਨੇ, ਸਾਡੀ ਟੀਮ ਨੇ ਡਾਕਟਰ ਮੀਨੂ ਬਨੋਦ ਜੀ ਨਾਲ ਵੀ ਗੱਲਬਾਤ ਕੀਤੀ ਜੋ ਕਿ ਸੀਨੀਅਰ ਐਮਬਰੀਓਲੋਜਿਸਟ ਨੇ ਔਰ ਲੋਕਾਂ ਨੂੰ ਇਹ ਖੁਸ਼ੀ ਦੇ ਕੇ ਤੋਰਦੇ ਨੇ ਨਾਲ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ ਦੇ ਵਿੱਚ। ਥੈਂਕ ਯੂ ਜੀ। ਡਾਕਟਰ ਸਾਹਿਬ ਜੋ ਕੰਬੀਨੇਸ਼ਨ ਇੱਥੇ ਹੈਗਾ, ਇੱਕ ਆਪਾਂ ਗੱਲ ਕਰ ਲਈ ਯੂਰੋਲੋਜਿਸਟ ਦਾ, ਗੈਨਕੋਲੋਜਿਸਟ ਦਾ ਔਰ ਐਮਬਰੀਓਲੋਜਿਸਟ ਦਾ, ਸਾਰੀ ਕੰਪਲੀਟ ਟੀਮ ਆ ਤੁਹਾਡੀ। ਔਰ ਇਹ ਨਹੀਂ ਹੈ ਕਿ ਐਮਬਰੀਓਲੋਜਿਸਟ ਨੂੰ ਜਿਹੜਾ ਹੈਗਾ ਇੱਥੇ ਵਿਜ਼ਿਟ ਕਰਨਾ ਪੈਂਦਾ ਹਫ਼ਤੇ ਬਾਅਦ ਜਾਂ ਮਹੀਨੇ ਬਾਅਦ, ਤੁਸੀਂ ਖੁਦ ਹੀ ਜਿਹੜਾ ਹੈਗਾ 24 ਆਵਰ ਇਹ ਟੀਮ ਜਿਹੜੀ ਸਾਰੀ ਇੱਥੇ ਅਵੇਲੇਬਲ ਹੈ। ਔਰ ਇੱਥੇ ਇਹ ਨਹੀਂ ਹੈ ਕਿ ਕਿੰਨਾ ਟਾਈਮ ਬਣਾਉਣੇ, ਬੈਚ ਬਣਾਉਣੇ ਆ, ਹੋਰ ਕਰਾਉਣੇ, ਜਿਵੇਂ ਲੋਕ ਲੱਗੇ ਹੁੰਦੇ ਆ। ਇੱਥੇ ਜੋ ਆਉਂਦਾ ਉਹ ਨਾਲ ਦੀ ਨਾਲ ਹੀ ਜਿਹੜੀ ਹੈਗੀ ਆ ਉਹਨਾਂ ਦੀ ਪ੍ਰੋਸੈਸਿੰਗ ਹੋ ਜਾਂਦੀ ਹੈ। ਹਾਂਜੀ ਜੀ, ਇਹੀ ਸਾਡਾ ਕਿਉਂਕਿ ਜਿੱਦਾਂ ਡਾਕਟਰ ਸੂਦ ਨੇ ਤੁਹਾਨੂੰ ਦੱਸਿਆ, ਕਿਉਂਕਿ ਸਾਰੇ ਇਨ ਹਾਊਸ ਹੈ, ਇਸ ਵਾਸਤੇ ਸਾਨੂੰ ਕਦੀ ਬੈਚ ਨਹੀਂ ਬਣਾਉਣਾ ਪੈਂਦਾ। ਪੇਸ਼ੈਂਟ ਜਿੱਦਾਂ ਹੀ ਆਉਂਦਾ ਅਸੀਂ ਉਹਦਾ ਪ੍ਰੋਸੈਸ ਸ਼ੁਰੂ ਕਰ ਦਿੰਦੇ ਹਾਂ। ਜੋ ਸਾਡੀ ਮੇਨ ਕੋਸ਼ਿਸ਼ ਹੁੰਦੀ ਹੈ ਕਿ ਜਿੰਨੀ ਜਲਦੀ ਤੋਂ ਜਲਦੀ ਪੇਸ਼ੈਂਟ ਨੂੰ ਕਨਸੈਪਸ਼ਨ ਦੇਈਏ ਉਨਾ ਹੀ ਜ਼ਿਆਦਾ ਅੱਛਾ। ਔਰ ਸਾਡਾ ਕੰਮ ਤਾਂ ਸਿਰਫ ਉਹਨੂੰ ਅਸਿਸਟ ਕਰਨਾ ਹੈ, ਉਹਦੇ ਵਿੱਚ ਜੋ ਉਹਦੇ ਆਪਣੇ ਐਗਸ ਹੈ, ਜੋ ਉਹਦੇ ਆਪਣੇ ਸਪਰਮਸ ਹੈ, ਉਹਦੇ ਨਾਲ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬੈਸਟ ਤੋਂ ਬੈਸਟ ਐਮਬਰੀਓ। ਔਰ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕਰਦੇ। ਡਾਕਟਰ ਸੂਦ ਦੀ ਜਿਹੜੀ ਖਾਸੀਅਤ ਹੈ ਉਹ ਕੋਈ ਕੰਪਰੋਮਾਈਜ਼ ਨਹੀਂ ਕਰਦੇ, ਨਾ ਮੀਡੀਆ ਦੇ ਉੱਤੇ ਨਾ ਇੰਜੈਕਸ਼ਨਸ ਦੇ ਉੱਤੇ। ਬੈਸਟ ਕੁਆਲਿਟੀ ਦੇ ਇੰਜੈਕਸ਼ਨਸ, ਬੈਸਟ ਕੁਆਲਿਟੀ ਦੇ ਸਾਡੇ ਕੋਲ ਇਨਕੂਬੇਟਰਸ ਹੈ, ਬੈਸਟ ਕੁਆਲਿਟੀ ਦੇ ਸੈਂਸਰ ਹੈ। ਜਿੱਦਾਂ ਅਸੀਂ ਸਵੇਰੇ ਆਉਂਦੇ ਹਾਂ, ਸਭ ਤੋਂ ਪਹਿਲਾਂ ਮੇਰਾ ਕੰਮ ਹੁੰਦਾ ਹੈ ਕਿ ਆਪਾਂ ਅੱਜ ਕੇਸ ਕਰਨਾ ਹੈ, ਤੇ ਪਹਿਲਾਂ ਅੰਦਰ ਸਾਡੇ ਜਿਹੜੇ ਇਨਕੂਬੇਟਰਸ ਹੈ ਉਹਨਾਂ ਦੀਆਂ ਪੂਰੀਆਂ ਗੈਸਿਸ
ਔਰ ਉਹਨਾਂ ਦੇ ਜਿਹੜਾ ਟੈਂਪਰੇਚਰ, ਉਹਨਾਂ ਦੇ ਵਿੱਚ ਜਿਹੜੀ ਅੰਦਰ CO2 ਦੀ ਜਿਹੜੀ ਰੇਂਜ ਹੈ ਤਾਂ ਕਿ ਉਹਦੀ pH ਵੈਲਿਊ ਮੇਨਟੇਨ ਰਹੇ, ਅਸੀਂ ਉਹ ਡੇਲੀ ਚੈੱਕ ਕਰਦੇ ਹਾਂ, ਉਹਦੇ ਵਿੱਚ ਕੁਝ ਗੜਬੜ ਨਹੀਂ ਹੁੰਦੀ। ਔਰ ਸਾਡੇ ਕੋਲ 2 ਇਨਕੂਬੇਟਰਸ ਹੈ ਔਰ ਮਤਲਬ ਅਸੀਂ ਡੇ ਬੇਸਿਸ ਤੇ ਕੰਮ ਕਰਦੇ ਹਾਂ। ਸਾਡਾ ਕੰਮ ਰਿਜ਼ਲਟਸ ਤਾਂ ਹੀ ਜ਼ਿਆਦਾ ਅੱਛੇ ਔਰ ਬੇਸਿਕਲੀ ਅਸੀਂ ਡੇ 5 ਦੇ ਐਮਬ੍ਰਿਓਸ ਪਾਉਂਦੇ ਹਾਂ। ਮੰਨ ਲਓ ਕਿਸੇ ਪੇਸ਼ੈਂਟ ਦੇ ਅੱਜ 15 ਐਗਸ ਨਿਕਲੇ ਆ ਤਾਂ ਇਹ ਵੀ ਹੋ ਸਕਦਾ ਹੈ ਕਿ ਉਹਦੇ 2 ਹੀ ਡੇ 5 ਦੇ ਐਮਬ੍ਰਿਓਸ ਬਣਨ, ਕਿਉਂਕਿ ਉਹੀ ਵਾਲੇ ਐਮਬ੍ਰਿਓਸ ਡੇ 5 ਤੇ ਪਹੁੰਚਦੇ ਆ ਜਿਹੜੇ ਕਿ ਵਾਇਬਿਲਿਟੀ ਉਹਨਾਂ ਦੀ ਬਹੁਤ ਜ਼ਿਆਦਾ ਹੁੰਦੀ ਹੈ ਔਰ ਫਰਦਰ ਉਹਨਾਂ ਦੇ ਪ੍ਰੈਗਨੈਂਸੀ ਦੇ ਚਾਂਸਸ ਬਹੁਤ ਜ਼ਿਆਦਾ ਰਹਿੰਦੇ ਆ, ਤੇ ਇਸ ਵਾਸਤੇ ਸਾਡੇ ਰਿਜ਼ਲਟਸ ਬਹੁਤ ਅੱਛੇ ਆ। ਡਾਕਟਰ ਸਾਹਿਬ ਰਿਜ਼ਲਟ ਅੱਛੇ ਦੀ ਗੱਲ ਆਪਾਂ ਗੱਲ ਕਰ ਲਈਏ ਤਾਂ ਜਿੱਦਾਂ ਡਾਕਟਰ ਸਾਹਿਬ ਨੇ ਵੀ ਦੱਸਿਆ ਸਾਨੂੰ ਕਿ 70% ਤੱਕ ਰਿਜ਼ਲਟਸ ਹੈਗੇ ਜਿਹੜੇ ਕਿ IVF ਦੇ ਵਿੱਚ ਇੱਕ ਮਿਰਾਕਲ ਵਾਲੀ ਗੱਲ ਹੈਗੀ ਆ। ਇਹ ਮੰਨੀਏ ਵੀ ਇਹ ਇੱਕ ਟ੍ਰੇਨ ਟੀਮ ਆ ਜਿਹੜੀ ਉਹ ਸਾਰੀ ਹੋਣ ਦੇ ਬਾਵਜੂਦ ਔਰ ਐਂਬੂਲੈਂਸ ਔਰ ਤੁਹਾਡੀ ਕੰਬੀਨੇਸ਼ਨ ਆਪਸ ਵਿੱਚ ਹੋਣ ਦੇ ਕਾਰਨ ਇਹ ਰਿਜ਼ਲਟ ਇੰਨਾ ਵਧੀਆ। ਹਾਂਜੀ ਹਾਂਜੀ, ਇਹ ਤਾਂ ਡਾਕਟਰ ਸਾਹਿਬ ਨੇ ਜਿਹੜਾ ਤੁਹਾਨੂੰ ਰਿਜ਼ਲਟ ਦੱਸਿਆ ਨਾ, ਇਹ ਕਿਊਮੂਲੇਟਿਵ ਰਿਜ਼ਲਟ ਦੱਸਿਆ। ਕਿਸੇ ਸਾਈਕਲ ਦੇ ਵਿੱਚ ਤਾਂ ਸਾਡਾ ਸਿਰਫ ਇੱਕ ਅੱਧਾ ਪੇਸ਼ੈਂਟ ਰਹਿ ਜਾਂਦਾ ਜਿਹੜਾ ਪ੍ਰੈਗਨੈਂਟ ਨਹੀਂ ਹੁੰਦਾ, ਅਦਰਵਾਈਜ਼ ਅਸੀਂ ਸਾਰੇ ਪੋਜ਼ਿਟਿਵ ਹੁੰਦੇ। ਮਤਲਬ ਮੈਨੂੰ ਲੱਗਦਾ ਅਸੀਂ ਕਿਸੇ ਮੰਥ ਵੀ ਸਾਡੇ 90% ਤੱਕ ਵੀ ਰਿਜ਼ਲਟ ਰਹੇ ਆ। ਔਰ ਡਾਕਟਰ ਜਿੱਦਾਂ ਕਾਉਂਸਲਿੰਗ ਦਾ ਬਹੁਤ ਵੱਡਾ ਰੋਲ ਹੈਗਾ, ਜਿਹੜੇ ਇਨਫਰਟੀਲਿਟੀ ਵਾਲੇ ਪੇਸ਼ੈਂਟਸ ਆਉਂਦੇ ਆ ਬੜੇ ਥੱਕੇ ਹਾਰੇ, ਬੜਾ ਉਹਨਾਂ ਦਾ ਦਾਹ ਸਮਾਨ ਹੁੰਦਾ ਔਰ ਉਹਨਾਂ ਨੂੰ ਜਿੱਦਾਂ ਮੇਲਸ ਨੂੰ ਡਾਕਟਰ ਸਾਹਿਬ ਦੇਖਦੇ ਹੀ ਆ, ਨਾਲ ਫੀਮੇਲਸ ਨੂੰ ਵੀ ਡਾਕਟਰ ਸਾਹਿਬ ਦੇਖਦੇ, ਲੇਕਿਨ ਥੋੜੇ ਜਿਹੇ ਬਹੁਤ ਕਾਉਂਸਲਿੰਗ ਵਿੱਚ ਤੁਸੀਂ ਵੀ ਕਰ ਦਿੰਦੇ ਹੋ, ਉਹਨਾਂ ਨੂੰ ਜਦੋਂ ਸਮਝਾਉਂਦੇ ਹੋ, ਉਹਨਾਂ ਨੂੰ ਰਿਜ਼ਲਟ ਦਿਖਾਉਂਦੇ ਹੋ ਵੀ ਭਾਈ ਘਬਰਾਉਣ ਦੀ ਲੋੜ ਨਹੀਂ ਕਿ ਇੱਥੇ ਤਾਂ ਇਹ ਤਾਂ ਘਰ ਰਹੇ ਆ ਜਿਹੜਾ ਐਡਵਾਂਸ ਬੱਚੇ ਲੈ ਕੇ ਆਓਗੇ। ਮੇਨ ਜਿਹੜਾ ਰੋਲ ਹੈ ਨਾ ਕਾਉਂਸਲਿੰਗ ਦਾ, ਕੰਮ ਸਾਰੇ ਕਰ ਰਹੇ। ਜਿਹੜਾ ਸਾਡਾ ਬੇਸਿਕ ਮੈਂ ਕਹਿੰਦੀ ਹਾਂ ਕਿ ਜਿਹਨੂੰ ਕਹਿ ਲਓ ਕਿ ਸਾਡਾ ਥੰਬ ਰੂਲ ਹੈ ਨਾ, ਅਸੀਂ ਆਪਣੇ ਪੇਸ਼ੈਂਟ ਨੂੰ ਜਿੱਦਾਂ ਮੰਨ ਲਓ ਉਹਨੂੰ ਬਾਹਰੋਂ ਐਗਸ ਲੈਣ ਦੀ ਜ਼ਰੂਰਤ ਹੈ ਜਾਂ ਬਾਹਰੋਂ ਸਪਰਮਸ ਲੈਣ ਦੀ ਜ਼ਰੂਰਤ ਹੈ ਜਾਂ ਉਹਦਾ ਇਸ ਵਾਰੀ ਅਸੀਂ ਟ੍ਰਾਂਸਫਰ ਕਰਨਾ ਚਾਹੁੰਦੇ ਹਾਂ ਕਿ ਨਹੀਂ ਕਰਨਾ ਚਾਹੁੰਦੇ, ਉਹ ਸਾਰਾ ਅਸੀਂ ਪੇਸ਼ੈਂਟ ਨੂੰ ਟ੍ਰਾਂਸਪੇਰੈਂਟ ਹੋ ਕੇ ਗੱਲ ਕਰਦੇ ਹਾਂ। ਪੇਸ਼ੈਂਟ ਨੂੰ ਜੇ ਉਹਦਾ ਐਮਬ੍ਰਿਓ ਖਰਾਬ ਬਣਿਆ ਔਰ ਅਸੀਂ ਚਾਹੁੰਦੇ ਹਾਂ ਕਿ ਉਹਦਾ ਟ੍ਰਾਂਸਫਰ ਕਰਕੇ ਦੇਖਦੇ ਹਾਂ, ਵੀ ਪੇਸ਼ੈਂਟ ਨੂੰ ਪਤਾ ਹੁੰਦਾ ਹੈ ਕਿ ਮੇਰੇ ਐਮਬ੍ਰਿਓ ਦਾ ਰਿਜ਼ਲਟ ਕਿਸ ਤਰ੍ਹਾਂ ਦਾ ਹੋ ਸਕਦਾ। ਜਿਹੜਾ ਸਾਡਾ ਪੇਸ਼ੈਂਟ ਸਾਡੇ ਇੱਥੋਂ ਖੁਸ਼ ਹੋ ਕੇ ਜਾਂਦਾ, ਉਹਦਾ ਪਰਪਸ, ਉਹਦਾ ਰੀਜ਼ਨ ਪਿੱਛੇ ਹੀ ਹੈ ਕਿ ਅਸੀਂ ਸਾਰੇ ਇੱਕੋ ਪਲੇਟਫਾਰਮ ਤੇ ਖੜੇ ਹੋ ਕੇ ਗੱਲ ਕਰਦੇ ਹਾਂ। ਡਾਕਟਰ ਸੂਦ ਨੂੰ ਵੀ ਉਹੀ ਪਤਾ ਹੁੰਦਾ ਕਿ ਇਹਦਾ ਇਹ ਬਣਿਆ, ਮੈਨੂੰ ਵੀ ਇਹੀ ਪਤਾ ਔਰ ਸਾਡੇ ਪੇਸ਼ੈਂਟ ਨੂੰ ਵੀ ਇਹੀ ਪਤਾ ਹੈ ਕਿ ਜੋ ਡਾਕਟਰ ਨੇ ਕਿਹਾ, ਤੁਸੀਂ ਸਾਨੂੰ ਕਦੀ ਰਾਤੀ ਵੀ ਪੁੱਛ ਕੇ ਦੇਖ ਲਓਗੇ ਸੁੱਤੇ ਹੋਇਆ ਵੀ ਕਿ ਇਸ ਪੇਸ਼ੈਂਟ ਦਾ ਕੀ ਕੀਤਾ ਸੀ, ਸਾਨੂੰ ਇੱਕ ਨੂੰ ਸਭ ਕੁਝ ਪਤਾ ਹੁੰਦਾ। ਈਵਨ ਕਿ ਅਸੀਂ ਸਟਾਫ ਨੂੰ ਵੀ ਇਨਵੋਲਵ ਕਰਦੇ ਹਾਂ। ਔਰ ਸਾਡੀ ਬੇਸਿਕ ਜਿਹੜੀ ਇੱਕ ਚੀਜ਼ ਮੈਂ ਜ਼ਰੂਰ ਸ਼ੇਅਰ ਕਰਨਾ ਚਾਹੁੰਦੀ ਹਾਂ, ਅਸੀਂ ਕੀ ਕਰਦੇ ਹਾਂ ਕਿ ਜਿਹੜਾ ਸਾਡਾ ਪੇਸ਼ੈਂਟ ਆਉਂਦਾ ਨਾ, ਉਹ ਐਜ਼ ਅ ਗੈਸਟ ਆਉਂਦਾ, ਅਸੀਂ ਉਹਨੂੰ ਐਜ਼ ਅ ਪੇਸ਼ੈਂਟ ਨਹੀਂ ਲੈਂਦੇ। ਸਾਡੀ ਇੱਕ ਲੜਕੀ ਉਹਨੂੰ ਚਾय ਪਾਣੀ, ਕੁਝ ਪੇਸ਼ੈਂਟ ਐਸੇ ਵੀ ਹੈ ਜਿਹੜੇ ਆ ਕੇ ਕਹਿੰਦੇ ਕਿ ਸਾਡੇ ਲਈ ਚਾਹ ਬਣਾ ਲਓ, ਮਤਲਬ ਦੇ ਫੀਲ ਲਾਈਕ ਦੇ ਆਰ ਕਮਿੰਗ ਟੂ ਅ ਹੋਮ। ਇਟ ਇਜ਼ ਨਾਟ ਕਿ ਕਿਸੇ ਡਾਕਟਰ ਦੇ ਕੋਲ ਜਾ ਰਿਹਾ ਜਾਂ ਕੁਝ ਕਰ ਰਿਹਾ। ਵੀ ਰੀਅਲੀ ਕੀਪ ਇਟ ਵੈਰੀ ਸਿੰਪਲ ਤਾਂ ਕਿ ਸਾਡੇ ਪੇਸ਼ੈਂਟ ਇੱਥੋਂ ਖੁਸ਼ ਹੋ ਕੇ ਜਾਣ। ਔਰ ਇੱਕੋ ਰੂਲਸ ਅਸੀਂ ਰੱਖਿਆ ਹੋਇਆ ਹੈ ਕਿ ਅਸੀਂ ਤੁਹਾਨੂੰ ਬੇਬੀ ਦੇ ਸਕੀਏ ਕਿ ਨਾ ਦੇ ਸਕੀਏ, ਇਹ ਡਿਫਰੈਂਟ ਹੈ। ਪਰ ਤੁਸੀਂ ਇਹ ਨਹੀਂ ਸੋਚੋਗੇ ਕਿ ਸਾਨੂੰ ਇੱਥੇ ਡਾਕਟਰਸ ਨੇ ਚੀਟ ਕਰ ਲਿਆ, ਚਾਹੇ ਸਾਡੀ ਟ੍ਰੀਟਮੈਂਟ ਦੇ ਵਿੱਚ ਚਾਹੇ ਸਾਡੀ ਮਨੀ ਦੇ ਵਿੱਚ। ਵੀ ਡੋਂਟ ਚੀਟ, ਅਸੀਂ ਚੀਟ ਨਹੀਂ ਕਰਦੇ, ਜੋ ਤੁਹਾਡਾ ਹੈ ਉਹ ਤੁਹਾਨੂੰ ਦਿੰਦੇ ਹਾਂ। ਔਰ ਬਹੁਤ ਸਾਰੇ ਪੇਸ਼ੈਂਟ ਇਹੀ ਆ ਕੇ ਕਹਿੰਦੇ ਕਿ ਸਾਨੂੰ ਮੇਲ ਬੇਬੀ ਚਾਹੀਦਾ, ਅਸੀਂ ਉੱਤੇ ਲਿਖ ਦਿੰਦੇ ਹਾਂ ਕਿ ਮੇਲ ਬੇਬੀ ਲਈ ਵੀ ਡੋਂਟ ਗਾਰੰਟੀ, ਤੁਸੀਂ ਇੱਥੇ ਬੱਚਾ ਲੈਣ ਆਇਓ, ਬੱਚਾ ਤੁਹਾਨੂੰ ਮਿਲੇਗਾ, ਲੜਕਾ ਹੋਏਗਾ ਲੜਕੀ ਹੋਏਗੀ ਉਹ ਸਾਨੂੰ ਖੁਦ ਨਹੀਂ ਪਤਾ। ਔਰ ਅਸੀਂ ਕੋਈ ਡਿਸਕ੍ਰਿਮੀਨੇਸ਼ਨ ਵੀ ਨਹੀਂ ਹੈ ਸਾਡੀ, ਅਸੀਂ ਜ਼ਿਆਦਾ ਫੀਮੇਲਸ ਕੰਮ ਕਰਦੀਆਂ ਸਾਰੀਆਂ, ਅਸੀਂ ਇਹ ਪੇਸ਼ੈਂਟ ਨੂੰ ਜ਼ਰੂਰ ਸਮਝਾਉਣਾ। ਔਰ ਡਾਕਟਰ ਜਿਸ ਤਰੀਕੇ ਦੇ ਨਾਲ ਇਹ ਜਿਹੜਾ ਸੈਂਟਰ ਹੈਗਾ ਤੁਹਾਡੇ ਕੋਲੇ ਵਰਲਡ ਕਲਾਸ ਮਸ਼ੀਨਰੀ ਜਿਹੜੀ ਹੈਗੀ ਹੈ ਇੱਥੇ ਇੰਸਟਾਲ ਕੀਤੀ ਹੋਈ ਹੈ ਔਰ ਹਰ ਚੀਜ਼ ਜਿਹੜੀ ਹੈਗੀ ਆ ਉਹਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅਸੀਂ ਦੇਖਿਆ ਕਿ ਚੱਪਲ ਉਤਾਰ ਕੇ ਔਰ ਹਰ ਚੇਂਜ ਕਰਕੇ ਡਰੈਸ, ਔਰ ਤੁਸੀਂ ਆਪਣੇ ਬੜੇ ਸਟ੍ਰਿਕਟ ਹੋ ਆਪਣੇ ਰੂਮ ਦੇ ਵਿੱਚ ਤਾਂ IVF ਜਿੱਥੇ ਤੁਹਾਡੇ ਪੈਰ ਇਨਕੂਬੇਟਰ ਵਗੈਰਾ ਤੁਸੀਂ ਤਾਂ ਕਿਸੇ ਨੂੰ ਉੱਥੇ ਤਾਂ ਐਂਟਰੀ ਨਹੀਂ ਹੋਣ ਦਿੰਦੇ ਔਰ ਬੜੇ ਸਟ੍ਰਿਕਟ ਹੋ। ਹਾਂਜੀ ਜੀ, ਇਹ ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਉਹ ਕੱਪੜੇ ਜ਼ਰੂਰ ਚੇਂਜ ਹੋਣੇ ਚਾਹੀਦੇ, ਕਿਉਂਕਿ ਤੁਸੀਂ ਜਰਮਸ ਕੈਰੀ ਕਰ ਸਕਦੇ ਹੋ, ਤੁਹਾਡੇ ਬਹੁਤ ਕੁਝ ਜਿਹੜੇ ਸਾਡੇ ਅੰਦਰ ਦੇ ਕੱਪੜੇ ਉਹ ਅੰਦਰ ਹੀ ਰਹਿੰਦੇ। ਮੇਰੀ ਕੋਈ ਵੀ ਲੜਕੀ ਬਿਨਾਂ ਮਾਸਕ ਤੋਂ ਜਾਂ ਬਿਨਾਂ ਉਹਦੇ ਤੋਂ ਅੰਦਰ ਨਹੀਂ ਜਾ ਸਕਦੀ। ਇਹੀ ਸਭ ਕੁਝ ਰੂਲ ਹੈ, ਕਿਉਂਕਿ ਸਾਡਾ ਜਿਹੜਾ AC 24 ਆਵਰਸ ਚੱਲਦਾ, ਚਾਹੇ ਗਰਮੀ ਹੋਏ ਚਾਹੇ ਸਰਦੀ ਹੋਵੇ, ਉਹਦਾ ਟੈਂਪਰੇਚਰ 24 to 26 ਹੀ ਰਹਿੰਦਾ। ਸਾਡਾ ਲੈਬ ਗਾਰਡ 24 ਆਵਰਸ ਚੱਲਦਾ, ਇੱਕ ਦਿਨ ਵੀ ਬੰਦ ਨਹੀਂ ਹੁੰਦਾ। ਔਰ ਉਹਦੇ 'ਚ ਇੱਕ ਦਿਨ ਬੰਦ ਹੁੰਦਾ ਮਤਲਬ ਇੱਦਾਂ ਕਿ ਮੰਨ ਲਓ ਮੇਰੇ ਕੋਲ ਕੋਈ ਸਰਵਿਸ ਹੈਗੀ ਆ, ਉਦੋਂ ਸਾਨੂੰ ਪਤਾ ਹੈ ਕਿ ਅਸੀਂ ਇਹ 2 ਦਿਨ ਕੰਮ ਬੰਦ ਰੱਖਣਾ, ਉਦੋਂ ਅਸੀਂ ਉਹਦੀ ਸਰਵਿਸ ਕਰਾਉਂਦੇ ਹਾਂ। ਸਾਡੇ ਕੋਲ ਸੈਂਸਰਸ ਵੀ ਆ, ਅਸੀਂ ਹਰ ਇੱਕ ਔਰ ਇੰਜੀਨੀਅਰਸ ਲਾਈਕ ਅਸੀਂ EMIs ਕਰਾਈਆਂ ਹੋਈਆਂ ਸਭ ਦੀਆਂ। ਇੰਜੀਨੀਅਰਸ ਆ ਕੇ ਆਪਣੇ ਟਾਈਮ ਦੇ ਉੱਤੇ ਆ ਕੇ ਸਾਰੇ ਇਨਕੂਬੇਟਰਸ ਸਭ ਚੈੱਕ ਕਰਕੇ ਜਾਂਦੇ ਆ, ਔਰ ਇਹੀ ਮੈਨੂੰ ਲੱਗਦਾ ਹੈ ਕਿ ਸਾਡਾ ਰੀਜ਼ਨ ਹੈ ਕਿ ਅਸੀਂ ਸਕਸੈਸਫੁਲ ਹਾਂ।
ਡਾਕਟਰ ਸਾਹਿਬ ਐਡਵਾਂਸ IVF ਐਂਡ ਫਰਟੀਲਿਟੀ ਸੈਂਟਰ ਜਿਹੜਾ ਤੁਸੀਂ ਨਾਮ ਰੱਖਿਆ, ਅਸੀਂ ਮੰਨੀਏ ਫਿਰ ਹੈ ਵੀ ਐਡਵਾਂਸ, ਮਤਲਬ ਬੜੀ ਜਲਦੀ ਤੁਸੀਂ ਐਡਵਾਂਸ, ਕਿਉਂਕਿ ਟੀਮ ਸਾਰੀ ਹੈਗੀ ਆ, ਤੇ ਇਹ ਨਹੀਂ ਹੈ ਵੀ ਸਾਈਕਲ ਬਣਨੇ ਜੀ ਮਹੀਨੇ ਨੂੰ ਬਣਨੇ, ਤੇ ਨਾਲ ਦੀ ਨਾਲ ਹੀ ਜਿਹੜਾ ਕੰਮ ਮਤਲਬ ਹੋ ਜਾਂਦਾ। ਨਹੀਂ ਸਾਡਾ ਰਿਜ਼ਲਟਸ ਬਹੁਤ ਅੱਛੇ ਆ, ਅਸੀਂ ਕੰਮ ਬਹੁਤ ਅੱਛੀ ਤਰ੍ਹਾਂ ਕਰਦੇ ਹਾਂ। ਔਰ ਐਡਵਾਂਸ ਦਾ ਪਰਪਸ ਹੀ ਐਸੀ ਕਿ ਅਸੀਂ ਇਹਨੂੰ ਅੱਗੇ ਹੀ ਰੱਖਣਾ ਸਭ ਤੋਂ, ਇਸ ਵਾਸਤੇ ਇਹਦਾ ਨਾਮ ਐਡਵਾਂਸ ਰੱਖਿਆ। ਡਾਕਟਰ ਸਾਹਿਬ ਤੁਹਾਡਾ ਔਰ ਤੁਹਾਡੀ ਸਾਰੀ ਟੀਮ ਦਾ, ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਸੋ ਮਚ।